ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿੱਚ ਪਿਛਲੇ ਦਿਨਾਂ ਤੋਂ ਲਗਭਗ ਜੋ ਕੁਝ ਵਾਪਰ ਰਿਹਾ, ਉਹ ਸਮੁੱਚੇ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਤੇ ਖਾਸ ਕਰਕੇ ਉਹ ਜੋ ਕੋਈ ਘਟਨਾਵਾਂ ਉੱਥੇ ਵਾਪਰੀਆਂ, ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਵੱਲੋਂ ਜਿਹੜਾ ਧਾਰਮਿਕ ਯਾਤਰਾ ਕੱਢੀ ਗਈ, ਉਸ ਤੋਂ ਬਾਅਦ ਨੂੰਹ ਦੇ ਵਿੱਚ ਜੋ ਕੁਝ ਹੋਇਆ ਤੇ ਉਹ ਵੱਧਦਾ ਅੱਗੇ ਮੇਵਾਤ ਦੇ ਵਿੱਚ ਹੁੰਦਾ ਹੋਇਆ ਉਹ ਗੁਰੂ ਗ੍ਰਾਮ ਤੱਕ ਜਿਸ ਢੰਗ ਨਾਲ ਪਹੁੰਚਿਆ ਔਰ ਜਿਸ ਤਰ੍ਹਾਂ ਉੱਥੇ ਧਾਰਮਿਕ ਸਥਾਨ ਨੂੰ ਤੋੜਿਆ ਗਿਆ, ਦੁਕਾਨਾਂ ਨੂੰ ਅੱਗਾਂ ਲਾਈਆਂ ਗਈਆਂ ਤੇ ਇਹ ਘਟਨਾਵਾਂ ਦੇ ਵਿੱਚ ਹੁਣ ਤੱਕ ਜਿਹੜੇ ਆ 6 ਮੌਤਾਂ ਹੋ ਚੁੱਕੀਆਂ ਤੇ ਜਿਹੜਾ ਇੱਕ ਨਾਇਬ ਇਮਾਮ ਦੀ ਵੀ ਮੌਤ ਹੋਈ ਹੈ ਇਸ ਦੇ ਵਿੱਚ ਤੇ 2 ਜਿਹੜੇ ਹੋਮਗਾਰਡ ਦੇ ਜਵਾਨ ਹੈ ਉਹ ਮਾਰੇ ਗਏ। ਇਸ ਤਰ੍ਹਾਂ ਹੀ ਜਿਹੜਾ ਰੇਲਵੇ ਦੇ ਵਿੱਚ ਆਰਪੀਐਫ ਜਿਹੜੀ ਹੈਗੀ ਹੈ ਉਹਨਾਂ ਦੀ ਫੋਰਸ, ਉਸ ਦੇ ਇੱਕ ਜਵਾਨ ਵੱਲੋਂ ਰੇਲ ਦੇ ਵਿੱਚ ਹੀ 3 ਜਿਹੜੇ ਮੁਸਲਮਾਨ ਸੀ ਸਫ਼ਰ ਕਰ ਰਹੇ ਉਹਦੇ ਸਾਥੀ ਸੀ ਉਹਨਾਂ ਨੂੰ ਮਾਰ ਦਿੱਤਾ ਔਰ ਇੱਕ ਹੋਰ ਜਿਹੜਾ ਉਹਦੇ ਵਿੱਚ ਮਾਰਿਆ ਗਿਆ ਵਿਅਕਤੀ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੈ ਜਿਸ ਦੇ ਬਾਰੇ ਬਾਰ-ਬਾਰ ਜਿਹੜਾ ਗੱਲ ਉੱਠ ਰਹੀ ਹੈ ਸਾਰੇ ਪਾਸਿਆਂ ਤੋਂ ਕਿ ਇਹ ਜਿਹੜੀ ਨਫ਼ਰਤ ਦੀ ਅੱਗ ਹੈ, ਇਸ ਨੂੰ ਜਿਸ ਤਰ੍ਹਾਂ ਵਧਾਇਆ ਜਾ ਰਿਹਾ ਹੈ, ਮਣੀਪੁਰ ਤੋਂ ਬਾਅਦ ਇਹ ਜੋ ਕੁਝ ਨੂੰਹ 'ਚ ਵਾਪਰਿਆ, ਗੁਰੂਗ੍ਰਾਮ 'ਚ ਵਾਪਰਿਆ ਔਰ ਜੋ ਕੁਝ ਰੇਲ ਗੱਡੀ ਦੇ ਵਿੱਚ ਵਾਪਰਿਆ, ਇਸ ਨੂੰ ਇੱਕ ਖਾਸ ਲੜੀ ਦੇ ਵਿੱਚ ਹੀ ਦੇਖਿਆ ਜਾ ਰਿਹਾ ਕਿ ਇਸ ਦਾ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਅਸਰ ਪੈਣ ਵਾਲਾ ਤੇ ਕੀ ਜਿਹੜਾ ਇਸ ਦੇ ਪਿੱਛੇ ਜਿਹੜੀਆਂ ਤਾਕਤਾਂ ਉਹ ਇਸ ਦੇਸ਼ ਵਿੱਚ ਕੀ ਕਰਨ ਦੇ ਜਿਹੜੇ ਹੈ ਮਨਸੂਬੇ ਬਣਾਈ ਬੈਠੀਆਂ। ਇੱਕ ਦੂਸਰੀ ਅਸੀਂ ਗੱਲ ਕਰਾਂਗੇ ਪੰਜਾਬ ਨਾਲ ਸੰਬੰਧਿਤ ਕਿ ਕਿਸ ਤਰ੍ਹਾਂ ਜਦੋਂ ਤੋਂ ਪੰਜਾਬ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਇਕਾਈ ਹੈ ਉਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਬਣਾਇਆ ਗਿਆ, ਤਾਂ ਉਸ ਸਮੇਂ ਤੋਂ ਕਿਸ ਤਰ੍ਹਾਂ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਪੁਰਾਣੀ ਜਿਹੜੀ ਲੀਡਰਸ਼ਿਪ ਹੈ ਤੇ ਜਿਹੜੇ ਪੁਰਾਣੇ ਲੋਕ ਆ ਪਾਰਟੀ 'ਚ ਕੰਮ ਕਰਨ ਵਾਲੇ, ਉਹ ਉਸ ਢੰਗ ਦੀ ਸਰਗਰਮੀ ਨਹੀਂ ਦਿਖਾ ਰਹੇ ਤੇ ਸੁਨੀਲ ਜਾਖੜ ਹੁਣੀ ਜਿਹੜੀ ਸਰਗਰਮੀ ਦਿਖਾ ਵੀ ਰਹੇ ਹੈ, ਚਾਹੇ ਉਹ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਹੋਵੇ ਚਾਹੇ ਹੋਰ ਇਲਾਕਿਆਂ ਦਾ ਦੌਰਾ ਹੋਵੇ, ਤਾਂ ਉੱਥੇ ਉਹਨਾਂ ਦੇ ਨਾਲ ਬਹੁਤੇ ਜਿਹੜੇ ਲੋਕ ਜਿਹੜੇ ਕਾਂਗਰਸ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ 'ਚ ਗਏ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੈ, ਬਲਬੀਰ ਸਿੰਘ ਸਿੱਧੂ ਹੈ, ਗੁਰਮੀਤ ਸਿੰਘ ਕਾਂਗੜ ਹੈ, ਹੋਰ ਇਸ ਤਰ੍ਹਾਂ ਜਿਹੜੇ ਵੀ ਆਗੂ ਨੇ ਉਹ ਹੀ ਉਹਨਾਂ ਦੇ ਨਾਲ ਜ਼ਿਆਦਾ ਨਜ਼ਰ ਪੈਂਦੇ ਹੈ ਤੇ ਉਹ ਇੰਝ ਹੀ ਲੱਗਦਾ ਹੈ ਕਿ ਜਿਵੇਂ ਉਹ ਕਾਂਗਰਸ ਦੀ ਹੀ ਇੱਕ ਟੀਮ ਹੋਵੇ। ਤਾਂ ਦੂਸਰੇ ਪਾਸੇ ਜਦੋਂ ਜਿਹੜਾ ਅਕਾਲੀ ਦਲ ਸੰਯੁਕਤ ਹੈ ਉਸ ਦੇ ਜਿਹੜੇ ਮੁਖੀ ਹੈ ਸੁਖਦੇਵ ਸਿੰਘ ਢੀਂਡਸਾ, ਉਹ ਐਨਡੀਏ ਦੀ ਮੀਟਿੰਗ 'ਚ ਜਦੋਂ ਪਿਛਲੀ ਦਫਾ ਸ਼ਾਮਲ ਹੋਏ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਬੁਲਾਈ ਸੀ, ਤਾਂ ਉਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਬਕਾਇਦਾ ਸੁਖਦੇਵ ਸਿੰਘ ਢੀਂਡਸਾ ਨੂੰ ਇਸ ਗੱਲ ਦੇ ਲਈ ਥਾਪੀ ਦਿੱਤੀ ਸੀ ਕਿ ਉਹ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਅਸਲ ਵਾਰਸ ਨੇ। ਉਸ ਤੋਂ ਬਾਅਦ ਉਹਨਾਂ ਨੇ ਵਾਪਸ ਆ ਕੇ ਹੁਣ ਬਕਾਇਦਾ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ 4 ਮੰਗਾਂ ਦਾ ਜ਼ਿਕਰ ਕੀਤਾ। ਪਹਿਲੀ ਸਭ ਤੋਂ ਜਿਹੜੀ ਮੰਗ ਹੈ ਉਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ ਲਗਭਗ 12-13 ਸਾਲ ਹੋ ਚੱਲੇ ਆ ਤੇ ਉਹ ਚੋਣਾਂ ਜਿਹੜੀਆਂ ਉਹ ਫੌਰੀ ਕਰਾਈਆਂ ਜਾਣ। ਦੂਸਰਾ ਜਿਹੜਾ ਮੁੱਖ ਮੰਗ ਉਹਨਾਂ ਨੇ ਰੱਖੀ ਕਿ ਪਾਕਿਸਤਾਨ ਦੇ ਨਾਲ ਜਿਹੜਾ ਵਪਾਰ ਹੈ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਉਹ ਸ਼ੁਰੂ ਕੀਤਾ ਜਾਵੇ, ਸਰਹੱਦ ਖੋਲੀ ਜਾਵੇ ਵਪਾਰ ਦੇ ਲਈ। ਤੀਸਰੀ ਗੱਲ ਉਹਨਾਂ ਨੇ ਕਹੀ ਹੈ, ਮੰਗ ਜਿਹੜੀ ਹੈ ਕਿ ਜਿਹੜੇ ਬੇਅਦਬੀ ਦੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਚੌਥੀ ਮੰਗ ਹੈ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਅਕਾਲੀ ਹਲਕਿਆਂ 'ਚ ਵੀ ਸ਼ੁਰੂ ਹੋਈਆਂ ਤੇ ਕਈ ਤਰ੍ਹਾਂ ਦੀ ਇਹ ਵੀ ਚਰਚਾ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਤੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਵਾਲਾ ਗਰੁੱਪ ਹੈ ਇਕੱਠੇ ਹੋ ਜਾਣ। ਸੋ ਇਹ ਜਿਹੜੇ 3 ਮੁੱਦੇ ਆ ਅਸੀਂ ਇਹਨਾਂ ਤੇ ਅੱਜ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਉੱਘੇ ਬੁੱਧੀਜੀਵੀ, ਉੱਘੇ ਚਿੰਤਕ ਸਤਨਾਮ ਚਾਨਾ ਜੀ, ਜਿਹੜੇ ਕਿ ਖਾਸ ਕਰਕੇ ਜਿਹੜੀਆਂ ਅਜਿਹੀਆਂ ਘਟਨਾਵਾਂ ਕੌਮੀ ਪੱਧਰ ਤੇ ਅਸਰ ਪਾਉਣ ਵਾਲੀਆਂ ਤੇ ਪੰਜਾਬ ਨੂੰ ਪ੍ਰਭਾਵਿਤ ਕਰ ਰਹੀਆਂ ਉਹਨਾਂ ਤੇ ਬੜੀ ਨੇੜਿਓਂ ਨਜ਼ਰ ਰੱਖਦੇ ਆ। ਉਹਨਾਂ ਸਾਰੀਆਂ ਘਟਨਾਵਾਂ ਦਾ ਕੀ ਅਸਰ ਪਏਗਾ ਭਵਿੱਖ 'ਚ ਤੇ ਮੌਜੂਦਾ ਸਮੇਂ ਦੇ ਵਿੱਚ, ਉਸ ਦੇ ਬਾਰੇ ਉਹਨਾਂ ਦੀ ਇੱਕ ਆਪਣੀ ਰਾਏ ਹੈ। ਇਸ ਤਰ੍ਹਾਂ ਹੀ ਸਾਡੇ ਦੂਸਰੇ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ, ਜਿਨ੍ਹਾਂ ਦਾ ਬੜਾ ਆਪਣਾ ਵੀ ਬੜਾ ਵਿਸ਼ਾਲ ਤਜਰਬਾ ਹੈਗਾ ਕਿ ਬੜਾ ਲੰਮਾ ਸਮਾਂ ਉਹਨਾਂ ਨੇ
ਕੌਮੀ ਤੇ ਖੇਤਰੀ ਰਾਜਨੀਤੀ ਨੂੰ ਰਿਪੋਰਟ ਵੀ ਕੀਤਾ ਤੇ ਉੱਥੇ ਜੋ ਕੁਝ ਵੀ ਘਟਨਾਵਾਂ ਵਾਪਰਦੀਆਂ ਉਹਨਾਂ ਤੇ ਬੜੀ ਨੇੜਿਓਂ ਨਜ਼ਰ ਰੱਖਦੇ ਆ ਤੇ ਉਹਨਾਂ ਦਾ ਕੀ ਅਸਰ ਪੈਂਦਾ ਹੈ, ਉਸ ਦੇ ਬਾਰੇ ਉਹਨਾਂ ਦੀ ਵੀ ਇੱਕ ਆਪਣੀ ਰਾਏ ਹੁੰਦੀ ਹੈ। ਅਸੀਂ ਆਪਣੇ ਦੋਨਾਂ ਮਹਿਮਾਨਾਂ ਤੋਂ ਇਹ ਜਾਣਾਂਗੇ ਕਿ ਇਹ ਜਿਹੜੀ ਮੌਜੂਦਾ ਸਥਿਤੀ ਬਣੀ ਹੈ ਇਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ। ਚਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਸ਼ੁਕਰੀਆ ਜੀ। ਸਿੱਧ ਸਾਹਿਬ, ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ 'ਚ। ਧੰਨਵਾਦ ਜੀ, ਸ਼ੁਕਰੀਆ। ਚਾਨਾ ਜੀ, ਜਿਸ ਤਰ੍ਹਾਂ ਜਿਹੜੀਆਂ ਨੂੰਹ 'ਚ ਘਟਨਾਵਾਂ ਵਾਪਰੀਆਂ ਤੇ ਉਸ ਦਾ ਜਿਹੜਾ ਜਿਸ ਤਰ੍ਹਾਂ ਫੈਲਾਅ ਹੋਇਆ ਉਹ ਗੁਰੂਗ੍ਰਾਮ ਤੱਕ ਚਲੇ ਗਈਆਂ, ਜਿਹੜਾ ਕਿ ਇੱਕ ਮਾਡਰਨ ਸਿਟੀ ਮੰਨਿਆ ਜਾਂਦਾ ਜਿੱਥੇ ਇੰਨੀਆਂ ਵਿਦੇਸ਼ੀ ਕੰਪਨੀਆਂ ਵੀ ਹੈ ਤੇ ਇੰਨੇ ਵੱਡੀਆਂ ਵੱਡੀਆਂ ਕੰਪਨੀਆਂ ਦੇ CEO ਵੱਡੇ ਉੱਥੇ ਰਹਿੰਦੇ ਆ, ਤਾਂ ਉਹ ਸਾਰੀ ਸਥਿਤੀ ਦੇ ਵਿੱਚ ਉਹਨਾਂ ਨੇ ਹੁਣ ਅੱਗੇ ਉਹਨੂੰ ਹੋਰ ਸਾਰੇ NCR ਵਿੱਚ ਇਸ ਦੇ ਲਈ ਕਰਨ ਦਾ ਪ੍ਰੋਗਰਾਮ, ਯਾਤਰਾਵਾਂ ਕੱਢਣ ਦਾ ਉਲੀਕਿਆ ਹੈਗਾ ਤੇ ਇਸ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਆਪਣੀ ਗੱਲ ਕਹੀ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਤੁਹਾਡੀ ਇਹਦੇ ਬਾਰੇ ਰਾਏ ਹੈ? ਇਹ ਜੰਡੂ ਸਾਹਿਬ, ਜਿਸ ਪਾਸੇ ਨੂੰ ਦੇਸ਼ ਤੁਰਿਆ ਜਾ ਰਿਹਾ ਹੈ, ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੋਇਆ। ਔਰ ਇਹਦੇ ਵਿੱਚ ਦੋ ਘਟਨਾਵਾਂ ਨੂੰ ਅਸੀਂ ਜੇ ਲਈਏ, ਇੱਕ ਨੂੰਹ ਦੀ ਘਟਨਾ ਤੇ ਇੱਕ ਜਿਹੜੀ ਰੇਲਵੇ ਦੇ ਵਿੱਚ ਵਾਪਰੀ ਆ, ਇਹ ਦੋ ਆਪਣੇ ਕਿਸਮ ਦੀਆਂ ਵੱਖਰੀਆਂ ਵੱਖਰੀਆਂ ਘਟਨਾਵਾਂ ਹੈਗੀਆਂ। ਇੱਕ ਤੇ ਕਿਹਾ ਜਾ ਸਕਦਾ ਕਿ ਉਹ ਤਿਆਰ ਕੀਤੇ ਹੋਏ ਲੋਕ ਸੀਗੇ, ਇੱਕ ਉਹ ਕੱਲਾ ਹੀ ਬੰਦਾ ਜਿਹੜਾ ਕਾਂਸਟੇਬਲ ਹੈਗਾ ਜਾਂ ਪੁਲਿਸ ਦਾ ਕੋਈ ਹੈਗਾ ਬੰਦਾ, ਉਹ ਕੱਲਾ ਹੀ ਬੰਦਾ ਜਿਹੜਾ ਪ੍ਰੋਟੈਕਸ਼ਨ ਵਾਸਤੇ ਲਾਇਆ ਹੋਇਆ, ਉਹ ਘਟਨਾ ਨੂੰ ਅੰਜਾਮ ਦੇ ਦਿੰਦਾ ਆ। ਔਰ ਉਹਦੇ ਪਿੱਛੇ ਜਿਹੜਾ ਨਾ ਕੰਟੈਂਟ ਸਾਫ਼ ਜ਼ਾਹਰ ਆਉਂਦਾ, ਜਿੱਦਾਂ ਦਾ ਉਹ ਬੋਲਦਾ, ਉਹ ਲਾਸ਼ ਦੇ ਸਿਰਹਾਣੇ ਤੇ ਖੜਾ ਹੋ ਕੇ। ਔਰ ਇਹ ਦੋਵੇਂ ਘਟਨਾਵਾਂ ਨੂੰ ਜੋੜ ਕੇ ਜਦੋਂ ਅਸੀਂ ਦੇਖਾਂਗੇ ਨਾ, ਤਾਂ ਫਿਰ ਇਹ ਪਤਾ ਲੱਗਦਾ ਕਿ ਕੁਛ ਲੋਕ ਜਾਂ ਕੋ ਖਾਸ ਤਬਕੇ ਦੇ ਲੋਕ ਹੈ ਜਿਹੜੇ, ਉਹਨਾਂ ਦੀ ਮਾਨਸਿਕਤਾ ਨੂੰ ਇੱਥੇ ਪਹੁੰਚਾ ਦਿੱਤਾ ਗਿਆ ਕਿ ਐਵੇਂ ਹੀ ਪਲੀਤਾ ਲਾਉਣ ਦੀ ਹੀ ਲੋੜ ਆ। ਓਕੇਜ਼ਨ ਜਿਹਨੂੰ ਕਹਿੰਦੇ ਆਪਾਂ, ਜਿਹਦਾ ਇੱਕ ਫਿਲਾਸਫੀਕਲ ਟਰਮ ਹੈਗੀ, ਓਕੇਜ਼ਨ ਪੈਦਾ ਹੋਣਾ, ਕਿ ਕੋਈ ਬਹਾਨਾ ਪੈਦਾ ਹੋਣਾ। ਉਹ ਬਹਾਨਾ ਕੋਈ ਵੀ ਹੋ ਸਕਦਾ ਆ ਉਸ ਨੂੰ ਭੜਕਾਉਣ ਦੇ ਵਾਸਤੇ। ਹੁਣ ਦੋਹਾਂ ਦੇ ਬਹਾਨੇ ਜਿਹੜੇ ਨਾ ਵੱਖਰੇ ਵੱਖਰੇ। ਮੈਂ ਥੋੜੀ ਦੇਰ ਪਹਿਲਾਂ ਹੀ ਇੱਕ TV ਚੈਨਲ ਦੇ ਉੱਤੇ ਜਿਹੜੇ ਲੋਕਲ ਬੰਦੇ ਉੱਥੇ ਨੂੰਹ ਤੋਂ ਥੋੜਾ ਜਿਹਾ 100-200 ਮੀਟਰ ਦੀ ਦੂਰੀ ਤੇ ਜਿਹੜੇ ਲੋਕ ਵਸੇ ਹੋਏ ਸੀ ਨਾ, ਉੱਥੇ ਤਾਂ ਸ਼ਾਇਦ ਉਹਦਾ ਜਾਣਾ ਸੰਭਵ ਨਹੀਂ ਸੀ ਚੈਨਲ ਦਾ। ਔਰ ਉਹ ਇੱਕ ਲੋਕਲ ਲੋਕ ਹੈ ਜਿਹੜੇ ਨਾ, ਉਹਨਾਂ ਦੇ ਨਾਲ ਉਹ ਗੱਲ ਕਰ ਰਿਹਾ। ਔਰ ਉਹ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ ਉਹ ਬੰਦਾ ਜਿਹੜਾ ਸੋਨੂੰ ਕੋ ਬਜਰੰਗ ਹੈਗਾ, ਬਜਰੰਗ ਨਾਂ ਦਾ ਬੰਦਾ ਆ, ਉਹਨੇ ਇਸ ਗੱਲ ਨੂੰ, ਉਹਦੀ ਵੀਡੀਓ ਤੋਂ ਗੱਲ ਭੜਕੀ ਆ। ਉਹ ਜੋ ਕਹਿੰਦੇ ਆ ਕਿ ਉਹਨੇ ਇੱਦਾਂ ਦੀ ਵੀਡੀਓ ਪਾਈ ਕਿ ਮੈਂ ਆ ਰਿਹਾ ਆ, ਤਿਆਰ ਹੋ ਜਾਓ ਹਾਰ ਲੈ ਕੇ, ਮੈਂ ਆਪਣਾ ਮਤਲਬ ਜਿੱਦਾਂ ਮੈਂ ਸਸੁਰਾਲ ਆ ਰਿਹਾ ਹੁੰਦਾ, ਹਨਾ। ਤੇ ਉਹ ਉਸ ਤੋਂ ਲੋਕ ਜਿਹੜਾ ਨਾ ਉਹ ਭੜਕ ਗਏ। ਹੁਣ ਉਹ ਕਹਿੰਦੇ ਕਿ ਜੀ ਉਹ ਤਾਂ ਦੁਬਾਰਾ ਸ਼ਾਇਦ ਉਹਦੇ ਵਿੱਚ ਕੋਈ ਅਮੈਂਡ ਜਾਂ ਕਟਿੰਗ ਕੁਟਿੰਗ ਕਰਕੇ ਨਾ ਦੁਬਾਰਾ ਉਸ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦਾ ਸਾਰਿਆਂ ਦੀ ਰਾਏ ਜਿਹੜੀ ਆ, ਜਿਹਦੇ 'ਚ ਬਜ਼ੁਰਗ ਵੀ ਸੀਗੇ, ਜਿਹਦੇ ਵਿੱਚ ਯੰਗ ਵੀ ਸੀ। ਔਰ ਉਹਦਾ ਕੀ ਸੀਗਾ ਕਿ ਮੈਂ ਆ ਰਿਹਾ, ਤੁਸੀਂ ਫੇਰ ਨਾ ਕਿ ਉਹ ਮੈਂ ਦੱਸਿਆ ਨਹੀਂ, ਹਾਰ ਤਿਆਰ ਕਰ ਲਓ ਮੇਰੇ ਪਾਉਣ ਵਾਸਤੇ, ਹੈ ਨਾ। ਜਿੱਦਾਂ ਹੁਣ ਇਹ ਬਹਾਨਾ ਕੋਈ ਵੀ ਹੋਵੇ, ਇੰਨੇ ਹੀ ਇੱਕ ਬੰਦੇ ਦੇ ਕਹਿ ਦੇਣ ਦੇ ਨਾਲ ਸੈਂਕੜੇ ਲੋਕ ਇਕੱਠੇ ਹੋ ਕੇ ਚੱਲ ਪੈਣਗੇ ਤੇ ਅੱਗਿਓਂ ਇਸ ਤਰ੍ਹਾਂ ਦਾ ਜਿਹੜਾ ਨਾ ਉਹ ਜਵਾਬ ਆਏਗਾ ਵੀ ਇਹ ਸਾਨੂੰ ਇਸ ਤਰ੍ਹਾਂ ਨੀਵੇਂ ਦਿਖਾਉਣ ਦਾ ਜਿਹੜਾ ਕੋਸ਼ਿਸ਼ ਕੀਤੀ ਗਈ ਆ, ਉਹਦਾ ਰਿਐਕਸ਼ਨ। ਦੂਸਰੇ ਪਾਸੇ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਆਪਾਂ ਪਿਛਲੀ ਗੱਲਬਾਤ 'ਚ ਵੀ ਇਹ ਗੱਲ ਕੀਤੀ ਸੀ ਕਿ ਇਹ ਕਾਫੀ ਲੰਬਾ ਸਮਾਂ ਲਾ ਕੇ ਜਦੋਂ ਇਹ ਕਿਹਾ ਜਾ ਰਿਹਾ ਹੋਵੇ ਕਿ ਚਾਕੂ ਤਿੱਖੇ ਕਰ ਲਓ, ਹਨਾ, ਔਰ ਬੜੇ ਜ਼ਿੰਮੇਦਾਰ ਬੰਦੇ ਹਨ, ਔਰ ਫਿਰ ਉਹ ਬੰਦੇ ਜਿਨ੍ਹਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਬਈ ਇਹ ਸਮਾਂ ਆ ਗਿਆ ਹੈਗਾ, ਹੁਣ ਤੁਸੀਂ ਆਪਣੇ ਛੁਰੇ ਜਾਂ ਚਾਕੂ ਤਿੱਖੇ ਕਰ ਲਓ, ਹਨਾ, ਇੱਦਾਂ ਦੇ ਬਿਆਨ ਦੇਣੇ, ਉਹ ਲੋਕਾਂ ਦੀ ਸਾਈਕੀ ਦੇ ਵਿੱਚ ਬੈਠਦੇ ਜਾ ਰਹੇ ਆ। ਤੇ ਉਹ ਇੱਕਦਮ ਐਸੀ ਸਥਿਤੀ ਪੈਦਾ ਹੋ ਗਈ ਹੈ ਸਮਾਜ ਦੇ ਵਿੱਚ ਕਿ ਹੁਣ ਬਹਾਨਾ ਕੋਈ ਵੀ ਹੋ ਸਕਦਾ ਆ। ਜਾਣੀ ਛੋਟੇ ਤੋਂ ਛੋਟਾ ਬਹਾਨਾ ਵੀ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਸਥਿਤੀ ਪੈਦਾ ਹੋ ਗਈ। ਔਰ ਇਹ ਇੰਨੀ ਚਿੰਤਾਜਨਕ ਹੈਗੀ ਹੈ, ਜਿੱਦਾਂ ਆਪਾਂ ਹਮੇਸ਼ਾ ਚਿੰਤਾ ਕਰਦੇ ਵੀ ਇਹ ਹੁਣ ਸ਼ੁਰੂ ਤਾਂ ਹੋ ਗਿਆ, ਇਹਨੂੰ ਰੋਕੂਗਾ ਕੌਣ? ਜਿਹੜਾ ਬੰਦਾ, ਪੁਲਿਸ ਦਾ ਬੰਦਾ ਜਿਹੜਾ ਗੋਲੀ ਚਲਾਉਂਦਾ ਇੱਕ ਵਿਸ਼ੇਸ਼ ਜਿਹੜੇ ਧਰਮ ਦੇ ਬੰਦਿਆਂ ਦੇ ਉੱਤੇ, ਕੋਈ ਛੋਟੀ ਜਿਹੀ ਗੱਲ ਤੋਂ ਬਹਿਸ ਚੱਲ ਰਹੀ ਸੀਗੀ ਜਾਂ ਕੋਈ ਗੱਲਬਾਤ
ਚੱਲ ਰਹੀ ਸੀ ਉਹਦੇ ਵਿੱਚ ਉਹ ਆ ਜਾਂਦਾ। ਲੇਕਿਨ ਜਿਹੜੀ ਉਹ ਗੱਲ ਕਹਿੰਦਾ ਆ ਉਹ ਪ੍ਰਧਾਨ ਮੰਤਰੀ ਜੀ ਦਾ ਤੇ ਮੁੱਖ ਮੰਤਰੀ ਯੂਪੀ ਦੇ ਦਾ ਨਾਂ ਲੈਂਦਾ ਬਕਾਇਦਾ ਵੀ ਜੇ ਇਸ ਦੇਸ਼ 'ਚ ਰਹਿਣਾ ਤਾਂ ਫਿਰ ਐਂ ਰਹਿਣਾ ਪੈਣਾ, ਜਾਣੀ ਉਹਨਾਂ ਨੂੰ ਮੰਨਣਾ ਪੈਣਾ ਹੈ। ਹੁਣ ਇੱਕ ਪੋਲੀਟੀਕਲ ਕੰਟੈਕਟ ਦੋਹਾਂ ਦੇ ਪਿੱਛੇ ਹੀ ਜਿਹੜਾ ਹੈ ਨਾ, ਔਰ ਇਹ ਬਹੁਤ ਮਤਲਬ ਕੀ ਕਹਿ ਸਕਦੇ ਆ ਕਿ ਕਿਸ ਜਗ੍ਹਾ ਦੇ ਉੱਤੇ ਇੱਕ ਇਕੱਲਾ ਹੀ ਬੰਦਾ ਜਿਹੜਾ ਨਾ ਉਹ ਭੜਕਾ ਦੇਵੇ ਗੱਲ ਨੂੰ ਤਾਂ ਹੋਰ ਪਾਸੇ ਨੂੰ ਚਲੀ ਜਾਵੇ। ਪਰ ਸੋ ਹੁਣ ਇਹ ਤਾਂ ਜਾਣਾ ਜੀ ਸਮਾਜ ਆ ਜਿਹੜਾ ਕੇਂਦਰੀ ਮੰਤਰੀ ਵੀ ਬੋਲਣ ਲੱਗ ਗਏ। ਰਾਓ ਇੰਦਰਜੀਤ ਸਿੰਘ ਨੇ ਵੀ ਇਹ ਗੱਲ ਕਹੀ ਕਿ ਚਲੋ ਧਾਰਮਿਕ ਯਾਤਰਾ ਤਾਂ ਕੱਢਣੀ ਹੈ, ਪਰ ਹਥਿਆਰ ਉਹਨਾਂ ਨੂੰ ਕਿਹਨੇ ਦਿੱਤੇ, ਹਥਿਆਰ ਉੱਥੇ ਕਿੱਥੋਂ ਆਏ, ਤਾਂ ਉਸ ਯਾਤਰਾ 'ਚ ਹਥਿਆਰਾਂ ਦੀ ਲੋੜ ਕੀ ਸੀ? ਬਿਲਕੁਲ ਬਿਲਕੁਲ ਇਹ ਇੱਕ ਉਹਨਾਂ ਦੀ ਨਾ ਵਿਸ਼ੇਸ਼ ਸਟੇਟਮੈਂਟ ਆ, ਇਹ ਕਹਿਣਾ ਕਿ ਉਹਨਾਂ ਨੂੰ ਹਥਿਆਰ ਕਿਹਨੇ ਦਿੱਤੇ ਆ, ਹੈਨਾ। ਹਾਂਜੀ। ਔਰ ਇਹ ਗੱਲ ਹਰ ਜਗ੍ਹਾ ਤੇ ਸੱਚ ਆ ਗੱਲ। ਜਿੱਥੇ ਸਾਹਮਣੇ ਆ ਗਿਆ ਉੱਥੇ ਪਤਾ ਲੱਗ ਗਿਆ ਕਿ ਇਹਨਾਂ ਕੋਲ ਹਥਿਆਰ ਸੀਗੇ। ਜਿੱਥੇ ਸਾਹਮਣੇ ਜੇ ਨਹੀਂ ਆਇਆ ਉਹਨਾਂ ਕੋਲ ਹਥਿਆਰ ਹੈਗੇ ਆ, ਇਹਦਾ ਕੋਈ ਸਬੂਤ ਨਹੀਂ ਹੈ। ਲੇਕਿਨ ਜਦੋਂ ਨਿਕਲਣਗੇ ਹਥਿਆਰ ਲੈ ਕੇ ਤਾਂ ਪਤਾ ਲੱਗੇਗਾ ਬਈ ਇਹ ਨਾ ਕੇਵਲ ਨੂੰਹ ਆ, ਨਾ ਇਹ ਕੇਵਲ ਮਣੀਪੁਰ ਹੈਗਾ ਆ, ਇਹ ਪਤਾ ਨਹੀਂ ਕਿੱਥੇ ਕਿੱਥੇ ਇਸ ਤਰ੍ਹਾਂ ਦਾ ਜਾਣੀ ਨਾ ਇੱਕ ਐਸੀ ਸਥਿਤੀ ਪੈਦਾ ਹੋ ਗਈ ਆ। ਡਰ ਲੱਗ ਰਿਹਾ ਕਿ ਇਹ ਦੇਸ਼ ਸਿਵਲ ਵਾਰ ਵੱਲ ਤਾਂ ਨਹੀਂ ਵੱਧ ਰਿਹਾ, ਉਹਦੀ ਪੂਰੀ ਤਿਆਰੀ ਹੀ ਤਾਂ ਨਹੀਂ ਕੀਤੀ ਹੋਈ। ਮੈਨੂੰ ਤੇ ਮੈਂ ਬਹੁਤਾ ਸੀਰੀਅਸਲੀ ਨਹੀਂ ਲਿਆ ਸੀਗਾ ਰਾਹੁਲ ਗਾਂਧੀ ਦੇ ਸਟੇਟਮੈਂਟ ਨੂੰ ਕਿ ਜਿਹੜੀ ਆ ਬੀਜੇਪੀ ਹੈ ਜਗ੍ਹਾ ਜਗ੍ਹਾ ਅੱਗ ਲਾਉਣ ਪੰਜਾਬ ਦਾ ਨਾਂ ਲਿਆ ਬਕਾਇਦਾ ਕਿ ਇੱਥੇ ਵੀ ਜ਼ਰੂਰ, ਜਦੋਂ ਕਿ ਲੱਗਦਾ ਸੀਗਾ ਕਿ ਐਵੇਂ ਅੰਦਾਜ਼ਾ ਜਿਹਾ ਲੱਗਦਾ ਆ, ਪਰ ਹੋ ਸਕਦਾ ਕਿ ਉਹਨੂੰ ਇਦਾਂ ਦੇ ਜ਼ਿਆਦਾ ਇਨਫੋਰਮੇਸ਼ਨ ਹੋਵੇ, ਦਿੱਲੀ 'ਚ ਬੈਠੇ ਆ। ਦੂਜੀ ਗੱਲ ਇਹ ਆ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਫੈਲ ਗਈ ਆ ਨੂੰਹ ਦੀ ਘਟਨਾ ਜਿੱਦਾਂ ਫੈਲੀ ਹੈਗੀ ਆ, ਉਹ ਤਾਂ ਰਾਜਧਾਨੀ ਤੋਂ 50 ਕਿਲੋਮੀਟਰ ਦੀ ਦੂਰੀ ਵੀ ਨਹੀਂ ਹੈ ਜਿੱਥੋਂ ਤੱਕ ਉਹ ਚਲੀ ਗਈ ਹੈਗੀ। ਫਿਰ ਉਹ ਬਿਜ਼ਨਸ ਦਾ ਸੈਂਟਰ ਹੈਗਾ, ਫਿਰ ਉੱਥੇ ਵੱਡੇ ਵੱਡੇ ਮਾਲ ਆ, ਮਾਲ ਉਹਨਾਂ 'ਚ ਉਹ ਵੀ ਹੈਗੇ ਆ, ਉਹ ਉਸ ਤਰ੍ਹਾਂ ਦੇ ਬਿਜ਼ਨਸ ਸੈਂਟਰ ਵੀ ਹੈਗੇ ਆ ਜਿਨ੍ਹਾਂ ਦੀਆਂ ਇਹ ਬਾਹਰ ਜਾ ਕੇ ਤਰਲੇ ਕਰਦੇ ਆ ਕਿ ਸਾਡੇ ਦੇਸ਼ ਜਾਓ, ਉਹ ਮਾਹੌਲ ਬੜਾ ਠੀਕ ਹੈਗਾ ਆ ਔਰ ਅਸੀਂ ਤੁਹਾਨੂੰ ਸਹੂਲਤਾਂ ਵੀ ਦੇਵਾਂਗੇ। ਕਿਹੜਾ ਮਾਹੌਲ ਠੀਕ ਹੈਗਾ ਆ? ਔਰ ਜਿਨ੍ਹਾਂ ਦੇ ਆਲੇ ਦੁਆਲੇ ਇਹ ਸਾਰੀਆਂ ਘਟਨਾਵਾਂ ਵਾਪਰ ਗਈਆਂ ਉਹ ਕਿਸ ਤਸੱਲੀ ਦੇ ਨਾਲ ਉੱਥੇ ਬੈਠ ਕੇ ਆਪਣੇ ਵਪਾਰ ਨੂੰ, ਆਪਣੇ ਕਾਰੋਬਾਰ ਨੂੰ, ਆਪਣੀ ਇੰਡਸਟਰੀ ਨੂੰ ਫੈਲਾਉਣ ਦਾ ਹੌਸਲਾ ਕਰਨਗੇ। ਤਾਂ ਦੇਸ਼ ਦੀ ਇਕੋਨਮੀ ਨੂੰ ਅਲਟੀਮੇਟਲੀ ਏਡਾ ਧੱਕਾ ਲੱਗ ਜਾਣ ਦਾ ਖਤਰਾ ਪੈਦਾ ਹੋ ਜਾਣਾ ਆ, ਜਿਹੜਾ ਬਾਅਦ ਦੇ ਵਿੱਚ ਤਰਲੇ ਵੀ ਕਰਦੇ ਰਹੇ ਕਿਸੇ ਨੇ ਨਹੀਂ ਆਉਣਾ। ਜੇ ਇੱਕ ਵਾਰੀ ਉੱਠ ਕੇ ਕੋਈ ਚੱਲ ਗਈ ਨਾ ਕੰਪਨੀ ਤਾਂ ਹੌਲੀ ਹੌਲੀ ਜਿਹੜੀਆਂ, ਮੇਰਾ ਮਤਲਬ ਇਹ ਆ ਕਿ ਕੋਈ ਚਿੰਤਾ ਨਹੀਂ ਕਿ ਦੇਸ਼ ਕਿੱਧਰ ਨੂੰ ਜਾ ਰਿਹਾ। ਇਹ ਨਹੀਂ ਕਿ ਵੀ ਖਰੂਦ ਪਿਆ ਹੋਇਆ, ਇਹ ਨਹੀਂ ਹੈ ਕਿ ਕਤਲੋ ਗਾਰਤ ਹੋ ਰਹੀ ਹੈ, ਇਹ ਨਹੀਂ ਹੈ ਕਿ ਦੰਗੇ ਹੋ ਰਹੇ ਆ, ਪਰ ਉਹ ਸਮੁੱਚੇ ਤੌਰ ਤੇ ਦੇਸ਼ ਦੀ ਆਰਥਿਕਤਾ ਦੇ ਉੱਤੇ ਉਹਦਾ ਕੀ ਅਸਰ ਪੈਣਾ ਜਾਂ ਪੈ ਰਿਹਾ ਆ। ਹੁਣੇ ਖਬਰਾਂ ਆ ਰਹੀਆਂ ਸੀਗੀਆਂ ਕਿ ਮਣੀਪੁਰ 14,000 ਸਕੂਲ ਕਲਾਸਾਂ ਜਾਣੀ ਇਸ 14,000 ਇਸ ਹੱਦ ਤੱਕ ਬੱਚੇ ਜਿਹੜੇ ਜਾਣੀ ਨਹੀਂ ਜਾ ਅਸਰ ਪਾ ਪੈ ਰਹੇ। ਰਿਹਾ ਆ। ਆਰਥਿਕਤਾ ਆਪਣੀ ਜਗ੍ਹਾ ਤੇ, ਨਵੀਂ ਜਨਰੇਸ਼ਨ ਜਿਹੜੀ ਸਕੂਲਾਂ 'ਚ ਜਾ ਰਹੀ ਹੈ, ਜਿਨ੍ਹਾਂ ਨੇ ਅਜੇ ਗਰੋ ਕਰਨਾ, ਦੇਸ਼ ਨੂੰ ਸੰਭਾਲਣਾ, ਆਪਣੇ ਇਲਾਕੇ ਨੂੰ, ਆਪਣੇ ਆਪਣੇ ਸੂਬੇ ਨੂੰ ਸੰਭਾਲਣਾ ਹੈਗਾ, ਉਹਨਾਂ ਦੀ ਦੰਗੇ ਅਲੱਗ, ਫਿਊਚਰ ਅਲੱਗ। ਮੈਨੂੰ ਹੁਣ ਇਹ ਸਮਝ ਕਿ ਇਹਨੂੰ ਮੋੜੂਗਾ ਕੌਣ ਪਿੱਛੇ, ਇਹਨੂੰ ਪਿੱਛੇ ਉਸ ਸਾਈਕੀ ਨੂੰ ਲੋਕਾਂ ਦੀ ਨੂੰ ਬਦਲਣ ਦੇ ਲਈ ਕੀ ਤਰੀਕੇ ਅਖਤਿਆਰ ਕਰਨੇ ਪੈਣਗੇ ਦੇਸ਼ ਨੂੰ, ਜਾਂ ਇਸ ਦੇਸ਼ ਦੀ ਸਰਕਾਰ ਨੂੰ, ਜਾਂ ਇਸ ਦੇਸ਼ ਦੇ ਜਿਹੜੇ ਜ਼ਿੰਮੇਦਾਰ ਲੋਕ ਹੈਗੇ ਉਹ ਕਿਹੜਾ ਰਾਹ ਅਪਣਾਉਣਗੇ ਕਿ ਉਹਨਾਂ ਦੇ ਸਿਰ 'ਚੋਂ ਇਹ ਗੱਲ ਕੱਢੀ ਜਾਵੇ ਕਿ ਦੰਗੇ ਨਹੀਂ, ਇਹ ਦੇਸ਼ ਅਮਨ ਅਮਾਨ ਨਾਲ ਚੱਲਣ ਵਾਲਾ ਦੇਸ਼ ਹੈਗਾ, ਇਹਨੇ ਇਦਾਂ ਹੀ ਚੱਲਣਾ ਆ। ਇਹ ਥੋੜੀ ਦੇਰ ਦਾ ਜਿਹੜਾ ਖਰੂਦ ਪਾਓਗੇ, ਨੁਕਸਾਨ ਬਹੁਤ ਦੇਰ, ਔਰ ਇਹ ਬਹੁਤ ਦੇਰ ਭਰਪਾਈ ਨਹੀਂ ਹੋ ਸਕਣੀ ਹੈਗੀ। ਜਾਨਾ ਸੁਪਰੀਮ ਕੋਰਟ ਨੇ ਇਹਦਾ ਨੋਟਿਸ ਲੈ ਕੇ ਸਪੈਸ਼ਲ ਇੱਕ ਬੈਂਚ ਬਣਾ ਕੇ ਉੱਥੇ ਸੁਣਵਾਈ ਵੀ ਕਰਾਈ ਹੈ। ਨਹੀਂ ਉਹ ਤੁਸੀਂ ਇਹਦੀ ਸੀਰੀਅਸਨੈਸ ਨੂੰ ਜਾਣੀ ਇਹ ਸੁਪਰੀਮ ਕੋਰਟ ਦੀ ਜਾਣੀ ਇਹ ਸਮਝ ਲਓ ਕਿ ਲੋਕਾਂ ਦੀ ਜਾਂ ਇਸ ਦੇਸ਼ ਦੇ ਸੰਜੀਦਾ ਲੋਕਾਂ ਦੀ ਸਰਕਾਰ ਤੋਂ ਵਿਸ਼ਵਾਸੀ ਕਿੱਦਾਂ ਉੱਠੀ ਹੋਈ ਹੈ ਕਿ ਸੁਪਰੀਮ ਕੋਰਟ ਜਾਣਾ ਪੈਂਦਾ ਉਹਨੂੰ ਕਿ ਜੀ ਤੁਸੀਂ ਸਾਡਾ ਕੁਝ ਕਰੋ, ਸਾਡੀ ਤਾਂ ਸੁਣਦੇ ਨਹੀਂ, ਹੈ ਨਾ। ਜਾਂ ਇਹ ਕੋਈ ਤਰੀਕਾ ਨਹੀਂ, ਜਾਣੀ ਸੁਪਰੀਮ ਕੋਰਟ ਦਾ ਖੁਦ ਕਹਿ ਹਟਿਆ ਆ ਕਿ ਮਣੀਪੁਰ ਦੇ ਨਾਂ ਦੇ ਉੱਤੇ ਵੀ ਮਣੀਪੁਰ ਦੇ ਵਿੱਚ ਜਾਣੀ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਤਕਰੀਬਨ ਟੋਟਲੀ ਫੇਲ ਹੋ ਚੁੱਕੀ ਹੈ। ਉਹ ਡੀਜੀਪੀ ਨੂੰ ਸੱਦ ਲਿਆ ਉੱਥੇ ਜਾ ਕੇ, ਕਾਨੂੰਨ ਨਜ਼ਰ ਹੀ ਨਹੀਂ ਆਉਂਦਾ, ਨਜ਼ਰ ਹੀ ਨਹੀਂ ਆਉਂਦੀ, ਔਰ ਲੋਕਾਂ ਦੇ ਵਿੱਚ ਪਹਿਲਾਂ ਹੀ ਚੱਲ ਰਹੀ ਆ।
ਔਰ ਸੁਪਰੀਮ ਕੋਰਟ ਉਹਦੇ ਤੇ ਮੋਹਰ ਲਾਉਂਦੀ ਹੈ ਕਿ ਹਾਂ ਸਰਕਾਰ ਨਾਂ ਦੀ ਚੀਜ਼ ਜਿਹੜੀ ਨਾ ਉਹ ਕਈ ਥਾਂ ਦੇ ਉੱਤੇ ਨਜ਼ਰ ਨਹੀਂ ਆ ਰਹੀ। ਮਣੀਪੁਰ ਉਹਨਾਂ ਚੋਂ ਇੱਕ ਹੈ। ਚਲੋ ਇਦਾਂ ਹੀ ਹਰ ਥਾਂ ਤੇ ਜੇ ਇਹੋ ਜਿਹਾ ਕਰੂਦ ਸ਼ੁਰੂ ਹੋ ਗਿਆ ਤਾਂ ਇਹ ਦੇਸ਼ ਕਿੱਥੇ ਜਾਊਗਾ ਔਰ ਇਸ ਦੇਸ਼ ਨੂੰ ਕੌਣ ਜਾਣੀ ਟਿਕਾਣੇ ਤੇ ਲਿਆਉਣ ਦਾ ਕੋਈ ਸੰਜੀਦਾ ਯਤਨ ਤਾਂ ਨਜ਼ਰ ਆਵੇ ਕਿ ਹਾਂ ਸ਼ੁਰੂ ਹੋ ਗਿਆ ਕੰਮ ਕਿ ਕੁਝ ਨਾ ਕੁਝ ਮੋੜ ਆਉਣਾ ਤੁਹਾਡੇ ਵੱਲ, ਆਉਣਾ ਦੁਬਾਰਾ ਆਉਣਾ ਮੈਂ ਤੁਹਾਡੇ ਵੱਲ ਜੀ। ਇਹ ਸਾਹਿਬ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਇਹ ਘਟਨਾਵਾਂ ਹੋਈਆਂ, ਜਿਹੜੇ ਨੂੰਹ ਜ਼ਿਲ੍ਹੇ 'ਚ ਘਟਨਾ ਵਾਪਰੀਆਂ, ਉਹਦੇ ਵਿੱਚ ਜਿਹੜੀ ਬਹੁਤ ਗਿਣਤੀ ਹੈਗੀ ਆ ਉਹ ਮੁਸਲਿਮ ਭਾਈਚਾਰੇ ਦੀ ਹੈ। ਇਸ ਤਰ੍ਹਾਂ ਜਿਹੜੀ ਅਸੀਂ ਗੱਡੀ ਦੀ ਘਟਨਾ ਦੇਖਦੇ ਹਾਂ ਉੱਥੇ ਵੀ ਜਿਹੜੇ ਮਾਰੇ ਗਏ ਉਹ ਇੱਕ ਭਾਈਚਾਰੇ ਨਾਲ ਸੰਬੰਧਿਤ ਲੋਕ ਸੀਗੇ। ਤਾਂ ਇਹ ਜਿਹੜਾ ਸਾਰਾ ਕੁਝ ਇਸ ਤਰ੍ਹਾਂ ਦਾ ਵਾਪਰ ਰਿਹਾ, ਸੁਪਰੀਮ ਕੋਰਟ ਨੇ ਜਿਸ ਢੰਗ ਨਾਲ ਅੱਜ ਨੋਟਿਸ ਲੈ ਕੇ ਸਪੈਸ਼ਲ ਬੈਂਚ ਬਣਾਇਆ ਤੇ ਉਹਦੇ ਵਿੱਚ ਬਕਾਇਦਾ ਉਹਨਾਂ ਨੇ ਹਦਾਇਤਾਂ ਕੀਤੀਆਂ ਹੈਗੀਆਂ ਕਿ ਕਿਤੇ ਵੀ ਜਿਹੜਾ ਨਫ਼ਰਤੀ ਭਾਸ਼ਣ ਨਹੀਂ ਹੋਣੇ ਚਾਹੀਦੇ, ਔਰ ਬਕਾਇਦਾ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉੱਥੇ CCTV ਕੈਮਰੇ ਲਾ ਕੇ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰੇ। ਜਿਹੜੇ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਨੇ ਸੱਦਾ ਦਿੱਤਾ ਹੈ ਕਿ ਵੱਖ-ਵੱਖ ਥਾਵਾਂ ਤੇ ਯਾਤਰਾ ਕੱਢਣ ਦਾ, ਤੁਸੀਂ ਇਹ ਸਾਰੇ ਬਾਰੇ ਕੀ ਕਹਿੰਦੇ ਹੋ? ਦੇਖੋ ਜੀ, ਇਹ ਸਾਰਾ ਸਿਸਟਮ ਦੇ ਵਿੱਚ ਜਿਹੜਾ ਯਾਤਰਾ ਕੱਢਣੀ, ਮੀਟਿੰਗਾਂ ਕਰਨੀਆਂ, ਕਾਨਫਰੰਸ ਕਰਨੀ ਹੈ, ਇਹਦੇ ਪਿੱਛੇ ਸਾਰੀ ਪੋਲਿਟਿਕਸ ਖੜੀ ਹੈ। ਇਹਦੇ ਪਿੱਛੇ ਇਲੈਕਸ਼ਨ ਹੋ, ਚਲੋ ਇਮੀਡੀਏਟ ਕਹਿ ਦਿਓ, ਪਰ ਇਹਦੇ ਪਿੱਛੇ ਇੱਕ ਖਾਸ ਕਿਸਮ ਦੀ ਪੋਲਿਟਿਕਸ ਹੈ ਵੀ ਇਹ ਸਾਰੇ ਸਿਸਟਮ ਤੇ ਤੁਸੀਂ ਕਬਜ਼ਾ ਸੱਤਾ ਤੇ ਕਿਹੜੇ ਤਰੀਕੇ ਨਾਲ ਕਰਨਾ ਹੈ। ਤੇ ਕੋਈ ਨਵਾਂ ਤਜਰਬਾ ਨਹੀਂ। ਸਾਡੇ ਸਬ ਕੰਟੀਨੈਂਟ ਵਿੱਚ ਕਾਫੀ ਦੇਰ ਦਾ, ਵੈਸੇ ਸਾਡੇ ਸਬ ਕੰਟੀਨੈਂਟ ਦੇ ਵਿੱਚ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ, ਜੇ ਅਸੀਂ ਪੰਜਾਬ 'ਚੋਂ ਦੇਖੀਏ ਤਾਂ ਸਾਡੇ ਕੁਹਾੜ ਤੇ ਬੰਨੂ ਦੇ ਵਿੱਚ 1920 ਦੇ ਨੇੜੇ ਤੇੜੀ ਦੰਗੇ ਹੋਣੇ ਸ਼ੁਰੂ ਹੋ ਗਏ ਸੀ। ਉਦੋਂ ਵੀ ਪੋਲਿਟਿਕਸ ਸੀ। ਫਿਰ ਉਦੋਂ ਜਿਹੜਾ ਲਾਲਾ ਲਾਜਪਤ ਰਾਏ, ਉਹਦੀ ਵੀ ਪੋਲਿਟਿਕਸ ਸੀ ਜਿਹੜੀ 1924 ਵਿੱਚ ਉਹਨੇ ਆਰਟੀਕਲ ਲਿਖੇ ਵੀ ਪੰਜਾਬ ਨੂੰ ਜੇ ਇਹ ਇਕੱਠਾ ਨਹੀਂ ਰਹਿ ਸਕਦਾ, ਅੱਡ ਅੱਡ ਹੋਣਾ ਚਾਹੀਦਾ। ਉਦੋਂ ਪਿੱਛੋਂ ਜਿਨ੍ਹਾਂ ਵਾਲੀ ਪੋਲਿਟਿਕਸ ਆ ਗਈ, ਕਾਂਗਰਸ ਦੀ ਆ ਗਈ। ਸਵਾਲ ਹੈ ਵੀ ਇਹ ਪੋਲੀਟੀਕਲੀ ਹੈ ਇਹਦਾ ਸਾਰਾ ਕੁਛ ਇਹਦੇ ਪਿੱਛੇ। ਇਹ ਪਰ ਜਿਸ ਕਿਸਮ ਦਾ ਧਰਮ ਨੂੰ ਇਹ ਵਰਤਦੇ ਆ ਤੇ ਸੌਖਾ ਵਰਤਿਆ ਜਾਂਦਾ। ਥੋੜਾ ਜਿਹਾ ਹਿੱਸਾ ਵਿੱਚੋਂ ਮੋਟੀਵੇਟ ਕਰਨਾ ਹੁੰਦਾ, ਕੱਢਣਾ ਹੁੰਦਾ, ਜਿਹਨੂੰ ਅਸੀਂ ਫਰਿੰਜ ਐਲੀਮੈਂਟ ਕਹਿੰਦੇ ਆ, ਉਸ ਨੂੰ ਤੁਸੀਂ ਐਮਪਾਵਰ ਵੀ ਕਰਨਾ ਹੁੰਦਾ। ਹੁਣ ਜਿਵੇਂ ਤੁਸੀਂ ਇੱਥੇ ਆਪਾਂ ਜਿਹੜੀ ਆਪਣੀ ਗੱਲ ਹੋ ਰਹੀ ਹੈ, ਜਿਹੜਾ ਮੋਨੂ ਮਾਨੇਸਰ ਹੈ, ਮੋਨੂ ਮਾਨੇਸਰ ਹੈ ਬਜਰੰਗ ਦਲ ਦਾ, ਤੇ ਬਜਰੰਗ ਦਲ ਦਾ ਤੇ ਉਸ ਦੇ 2 ਜਿਹੜੇ ਕਤਲ ਤੇ ਉਹਦੇ ਰਜਿਸਟਰ ਹੋਏ ਵੇ ਆ ਰਾਜਸਥਾਨ ਦੇ ਵਿੱਚ। ਜਨੈਬ ਤੇ ਇੱਕ ਹੋਰ ਮੁਸਲਮਾਨ ਲੜਕੇ ਨੂੰ ਮਾਰਿਆ, ਜਿਹੜਾ ਗੌਰਕਸ਼ਕ ਆਪਦੇ ਆਪ ਨੂੰ ਪੇਸ਼ ਕਰਦਾ, ਤੇ ਉਹਨੇ ਇਹ ਸਾਰੇ ਦੇ ਪਿੱਛੇ ਰਜਿਸਟਰ ਹੋਇਆ ਵਾ ਕੇਸ ਹੈ। FIR ਨੂੰ ਫੜਿਆ ਨਹੀਂ ਗਿਆ। ਨਾ ਹਰਿਆਣਾ ਪੁਲਿਸ ਨੇ ਕੁਝ ਕੀਤਾ ਤੇ ਨਾ ਰਾਜਸਥਾਨ ਦੀ ਪੁਲਿਸ ਉੱਥੋਂ ਤੱਕ ਵੀ ਪਹੁੰਚ ਸਕੀ, ਤੇ ਉਹ ਫਿਰ ਰਿਹਾ। ਠੀਕ ਹੈ, ਉਹ ਇਸੇ ਮਵਾਤ ਦੇ ਇਲਾਕੇ ਦਾ, ਨੂੰਹ ਦੇ ਇਲਾਕੇ ਦਾ ਇੱਥੋਂ ਨਿਕਲ ਕੇ ਗਿਆ ਸੀਗਾ, ਤੇ ਮਾਨੇਸਰ ਇੱਥੇ ਹੀ ਪੈਂਦਾ ਸਾਰਾ ਏਰੀਆ। ਤੇ ਹੁਣ ਤੁਸੀਂ ਦੇਖੋ ਵੀ ਉਸ ਨੂੰ ਇੰਨੀ ਪ੍ਰੋਟੈਕਸ਼ਨ ਦਿੱਤੀ ਵੀ ਹੈ। ਉਹਦੇ ਉੱਤੇ ਇਹ ਸਾਰਾ ਜਿਹੜਾ ਗੌ ਰਕਸ਼ਕ ਹੈ, ਗੌ ਰਕਸ਼ਕ ਦੇ ਉੱਤੇ ਇੱਕ ਆਲਰੇਡੀ ਪਹਿਲਾਂ ਗੌ ਰਕਸ਼ਾ ਉੱਤੇ ਸਾਰਾ ਕੁਝ ਆ ਚੁੱਕਿਆ। ਗੌ ਰਕਸ਼ਕ ਉੱਤੇ ਪਹਿਲਾਂ ਹੀ ਸਾਰਾ ਕੁਝ ਇੱਥੇ ਆ ਚੁੱਕਿਆ ਵੀ ਇੱਕ ਜਰਨਲਿਸਟ ਹੈ, ਉਹ ਇਹਨਾਂ ਦੇ ਵਿੱਚ ਰਹਿ ਕੇ ਉਹਨੇ ਸਾਰੀ ਆਪਣੀ ਵੀਡੀਓ ਬਣਾਈ ਹੈ। ਕਿਸ ਤਰੀਕੇ ਨਾਲ ਜਿਹੜੀਆਂ ਇਹ ਖੱਲਾਂ ਦਾ ਵਪਾਰ ਕਰਦੇ ਆ, ਪਸ਼ੂਆਂ ਦੀਆਂ ਦਾ ਸਾਰਾ ਕੁਝ ਕਰਦੇ, ਜਿਹਦੇ ਵਿੱਚ ਗਾਵਾਂ ਦੀਆਂ ਖੱਲਾਂ ਵੀ ਸਾਰਾ ਕੁਝ ਉਸੇ ਵਿੱਚ ਹੁੰਦਾ, ਉਹ ਸਾਰਾ ਕੁਝ ਕਰਦੇ ਆ। ਕਿਵੇਂ ਇਹ ਉਹਦੇ ਲਈ ਸਾਰੇ ਢਾਂਚੇ ਵਿੱਚ ਕਿਸ ਤਰ੍ਹਾਂ ਰਿਕਵਰੀ ਕਰਦੇ ਆ ਸਾਰਾ ਕੁਝ, ਇਹ ਸਾਰੀ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਉਹ ਜਰਨਲਿਸਟ ਦੀ 15-20 ਮਿੰਟ ਦੀ ਉਹਦੀ ਖੁਦ ਉਹਨੇ ਸਾਰਾ ਕੁਝ ਦੱਸਿਆ ਵੀ ਬਿਜ਼ਨਸ ਦੇ ਲੈਵਲ ਤੇ ਸਾਰਾ। ਇੱਥੇ ਨਹੀਂ, ਇਹ ਪਾਕਿਸਤਾਨ ਦੇ ਵਿੱਚ ਵੀ ਇਸ ਕਿਸਮ ਦੀ ਵੀਡੀਓ ਆ ਚੁੱਕੀ ਹੈ, ਜਿੱਥੇ ਬਕਰੀਦ ਨੂੰ ਤੇ ਜਿਹੜੇ ਸਾਰੇ ਈਦ ਨੂੰ ਜਿੰਨੇ ਬੱਕਰੇ ਜ਼ਿਬਾ ਕੀਤੇ ਜਾਂਦੇ ਆ, ਉੱਥੇ ਜ਼ਿਆਦਾ ਸਾਰਾ ਜਿਹੜਾ ਕੀਤਾ ਜਾਂਦਾ, ਉਹਨਾਂ ਦੀਆਂ ਖੱਲਾਂ ਉਹਨਾਂ ਨੂੰ ਫੋਰਸੀਬਲੀ ਉਹ ਸਾਰਾ ਮਿਲੀਟੈਂਟ ਗਰੁੱਪਾਂ ਨੂੰ ਦੇਣੀਆਂ ਪੈਂਦੀਆਂ, ਉਹ ਲੈ ਕੇ ਚੁੱਕ ਕੇ ਲੈ ਕੇ ਜਾਂਦੇ ਆ। ਉਹਨਾਂ ਦਾ ਵੀ ਇਸ ਕਿਸਮ ਦਾ ਵਪਾਰ ਹੈ। ਇਹ ਮੇਰਾ ਮਨ ਕਹਿਣ ਦਾ, ਨਾਲ ਪਿੱਛੇ ਸਟੇਟ ਖੜੀ ਹੁੰਦੀ ਹੈ, ਪਿੱਛੇ ਪੁਲਿਸ ਖੜੀ ਹੁੰਦੀ ਹੈ, ਸਾਰੇ ਉਹਦੇ ਨਾਲ ਹੁੰਦੇ ਆ। ਇਹ ਸਾਰਾ ਸਿਸਟਮ ਹੈ ਜਿਹੜਾ ਹੁਣ ਜਿਹੜੀਆਂ RSS ਨਾਲ ਸੰਬੰਧਿਤ ਜਥੇਬੰਦੀਆਂ, ਚਾਹੇ ਉਹ ਵਿਸ਼ਵ ਹਿੰਦੂ ਪਰਿਸ਼ਦ ਹੈ, ਚਾਹੇ ਬਜਰੰਗ ਦਲ ਹੈ, ਉਹਨਾਂ ਦਾ ਆ ਰਿਹਾ ਸਾਰਾ ਕੁਝ। ਉਹਨਾਂ ਦਾ ਹੁਣ ਸਾਡੇ ਇੱਥੇ ਆ ਰਿਹਾ ਸਾਰਾ ਕੁਝ। ਉਹਨਾਂ ਨੂੰ ਇਲੈਕਸ਼ਨ ਦਿਸਦੀ ਹੈ 24 ਦੀ। ਹੁਣ RSS ਦਾ ਤਾਂ ਸਾਰਾ ਇਲੈਕਸ਼ਨ ਦਾ 24 ਵਾਲੀ ਦਾ ਪ੍ਰਸੰਗ ਹੈ। ਹੁਣ ਸਵਾਲ ਦੂਸਰਾ ਆ ਗਿਆ,
ਇੱਕ ਚਾਣਾ ਜੀ ਨੇ ਕਿਹਾ ਵੀ ਸਿਵਲ ਵਾਰ ਦਾ ਡਰ ਹੈ, ਹਰ ਬੰਦਾ ਡਰ ਰਿਹਾ ਵੀ ਇੱਥੇ ਕੋਈ ਸਿਵਲ ਵਾਰ, ਪਰ ਸਿਵਲ ਵਾਰ ਇਸ ਕਰਕੇ ਨਹੀਂ ਹੋਣੀ, ਮਿਨੋਰਟੀਆਂ ਬਹੁਤ ਡਰੀਆਂ, ਬਹੁਤ ਦੇਰ ਦਾ ਧੱਕਾ ਲਗਾਤਾਰ ਹੋ ਰਿਹਾ ਹੈ ਤੇ ਮਿਨੋਰਟੀ ਇੱਥੇ ਕੁਝ ਨਹੀਂ ਕਰ ਸਕਦੀਆਂ। ਸਵਾਲ ਹੈ ਵੀ ਮੈਂ ਅੱਗੇ ਵੀ ਇਹਦੀ ਮੇਰੀ ਕੰਟੈਂਸ਼ਨ ਹੈ, ਬੜੇ ਜ਼ੋਰ ਸ਼ੋਰ ਨਾਲ ਮੈਂ ਕਹਿਣਾ, ਇਹ ਹਿੰਦੂ ਸਮਾਜ ਦੇ ਵਿੱਚ ਹੀ ਬਹੁਤ ਵੱਡਾ ਹਿੱਸਾ ਹੈ ਜਿਹੜਾ ਇਸ ਨੂੰ ਸਾਰੇ ਨੂੰ ਰੋਕੂਗਾ, ਰੋਕ ਰਿਹਾ ਉਹਨਾਂ 'ਚ। ਉਹ ਬੜਾ ਛੋਟਾ ਜਿਹਾ ਹਿੱਸਾ ਜਿਹੜਾ ਜਿਹਨੂੰ ਇਹ ਸਟੇਟ ਤੇ ਐਸਟੈਬਲਿਸ਼ਮੈਂਟ ਦੇ ਬੰਦੇ ਆ ਜਿਹੜੇ ਵਿੱਚੋਂ ਅੰਦਰੋਂ ਤੇ ਖੜਾ ਕਰ ਦਿੰਦੇ ਆ ਸਾਰਾ, ਤੇ ਇਹ ਚੱਲੇਗਾ ਨਹੀਂ ਬਹੁਤਾ ਦੇਰ। ਇਹ ਸਿਰਫ ਭਾਵਨਾ, ਪਰਸੈਪਸ਼ਨ ਵੋਟਾਂ ਲਈ ਬਣਾਈ ਜਾ ਰਹੀ ਹੈ, ਉਦੋਂ ਵੱਧ ਬਹੁਤਾ ਦੇਰ ਨਹੀਂ ਚੱਲੇਗਾ। ਕੋਈ ਸਿਵਲ ਵਾਰ ਦਾ ਬਹੁਤਾ ਨਹੀਂ, ਪਰ ਇਹ ਇੰਨੇ ਇਨਹਿਊਮਨ ਐਕਟ ਹੈ ਵੀ ਇਹ ਕੋਈ ਜ਼ਰੂਰੀ ਨਹੀਂ ਵੀ ਅੱਜ ਕੱਲ ਇਹੀ ਫਾਰਮੂਲਾ ਪੁਰਾਣਾ ਵੋਟ ਕੈਚਿੰਗ ਦਾ ਫਾਰਮੂਲਾ ਇੱਥੇ ਚੱਲ ਜੇ, ਇਹ ਵੀ ਕੋਈ ਜ਼ਰੂਰੀ ਨਹੀਂ ਹੈ। ਤੇ ਇਹ ਪਰ ਇਹ ਵਰਤਾਰਾ ਖੜਾ ਕੀਤਾ ਜਾ ਰਿਹਾ। ਇਹਨਾਂ ਕੋਲੇ ਹੋਰ ਕੋਈ ਐਂਗਲ ਨਹੀਂ ਹੈ, ਬੀਜੇਪੀ ਕੋਲੇ, ਆਰਐਸਐਸ ਕੋਲੇ, ਸਿਰਫ ਇਹ ਹੈ ਵੀ ਸਮਾਜ ਨੂੰ ਵੰਡੋ ਤੇ ਰਿਲੀਜੀਅਸ ਭਾਵਨਾਵਾਂ ਨੂੰ ਖੜੀਆਂ ਕਰੋ। ਤੇ ਇਹ ਸਾਡੇ ਪਾਰਟੀਸ਼ਨ ਤੋਂ ਲੈ ਕੇ 47 ਤੋਂ ਲੈ ਕੇ ਇਸੇ ਕਿਸਮ ਦੇ ਵਰਤਾਰੇ ਜਿਹੜੇ ਧੁਰ ਤੱਕ ਹੁੰਦੇ ਆ ਰਹੇ ਆ ਤੇ ਹਰਾਰੀ ਹੋ ਰਹੇ ਆ, ਲਗਾਤਾਰ ਹੋ ਰਹੇ ਆ। ਤੇ ਇਹ ਵਰਤਾਰਾ ਜਿਹੜਾ ਹੋਰ ਵੀ ਸਭ ਤੋਂ ਮਾੜਾ ਇਹ ਹੈ ਵੀ ਤੁਸੀਂ ਜਿਵੇਂ ਚਾਣਾ ਜੀ ਨੇ ਕਿਹਾ ਵੀ ਉੱਥੇ ਕੋਈ 30,000 ਕੰਪਨੀ ਹੈ ਨਵੀਂ ਆਈ ਵੀ ਗੁੜਗਾਉਂ ਦੇ ਵਿੱਚ, 90 ਚ ਸ਼ੁਰੂ ਹੋਇਆ, ਏ ਕਲਾਸ ਸਿਟੀ ਹੈ ਤੇ ਉੱਥੇ ਆਈਟੀ ਦਾ ਸੈਂਟਰ ਹੈ। ਆਊਟਸੋਰਸ ਸਾਰਾ ਯੂਰਪ ਨੂੰ, ਅਮਰੀਕਾ ਨੂੰ, ਕੈਨੇਡਾ ਨੂੰ ਆਊਟਸੋਰਸ ਜਿਹੜਾ ਆਈਟੀ ਦੇ ਕਰਦੇ ਆ ਸਾਰੇ ਕੰਮ ਉੱਥੋਂ ਹੁੰਦੇ ਆ। ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਪੀਜ਼ਾ ਸ਼ਾਪ ਦੇ ਆਰਡਰ ਉੱਥੇ ਜਾ ਕੇ ਗੁੜਗਾਉਂ ਦੇ ਵਿੱਚ ਲਏ ਜਾਂਦੇ ਆ। ਗਾਹਕ ਨੂੰ ਪਤਾ ਹੀ ਨਹੀਂ ਹੁੰਦਾ ਮੈਨੂੰ ਆਰਡਰ ਕਿੱਥੋਂ ਮੈਥੋਂ ਲੈ। ਇਸ ਕਿਸਮ ਦਾ ਬਿਜ਼ਨਸ ਆ ਉੱਥੇ ਕਾਫੀ ਜ਼ਿਆਦਾ, 10-12 ਹਜ਼ਾਰ ਕਰੋੜ ਦਾ ਰੈਵਨਿਊ ਤਾਂ ਸਰਕਾਰਾਂ ਨੂੰ ਆਈਟੀ ਤੋਂ ਆ ਰਿਹਾ ਗੁੜਗਾਉਂ ਦੀ ਤੋਂ। ਇਸ ਕਰਕੇ ਸਮਝ ਨਹੀਂ ਆਉਂਦੀ ਵੀ ਇਹ ਕੀ ਕਰ ਰਹੇ ਆ, ਕਿਉਂ ਇਹ ਸਾਰੇ ਦੇਸ਼ ਦੀ ਤਬਾਹੀ ਕਰ ਰਹੇ ਆ। ਤੇ ਇਸੇ ਕਰਕੇ ਬਾਕੀ ਵੱਡੀ ਜਿਹੜੀ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਹੜੇ ਅਮੀਰ ਬੰਦੇ ਆ ਉਹ ਚੁੱਪ ਬੈਠੇ ਆ ਗੁੜਗਾਉਂ ਦੇ ਵਿੱਚ, ਕੋਈ ਨਹੀਂ ਬੋਲਦਾ, ਕੋਈ ਬਿਆਨ ਵੀ ਨਹੀਂ ਦਿੰਦਾ। 4 ਬੰਦੇ ਸਿਵਲ ਸੁਸਾਇਟੀ ਦੇ ਉੱਠ ਕੇ ਗੱਲ ਵੀ ਨਹੀਂ ਕਰਦੇ। ਤੇ ਇਹ ਜਿਹੜਾ ਵੱਡਾ ਵਰਤਾਰਾ ਹੈ ਇਹ ਥੋੜਾ ਜਿਹਾ ਇਹ ਸਾਰੀ ਗੱਲ ਨੂੰ ਸਪੋਰਟ ਕਰਦਾ। ਜਦੋਂ ਥੋੜਾ ਜਿਹਾ ਹਿੱਸਾ ਬੋਲਦਾ ਉਹਦੇ ਪਿੱਛੇ ਕੋਈ ਹੋਰ ਖੜਾ ਹੁੰਦਾ ਤੇ ਜਿਹੜਾ ਮੇਨ ਅਫੈਕਟਡ ਬੰਦੇ ਵੀ ਨਹੀਂ ਬੋਲਦੇ। ਠੀਕ ਹੈ, ਜਦੋਂ ਟ੍ਰੈਫਿਕ ਉੱਥੇ ਜੈਮ ਹੋ ਜਾਂਦੇ ਆ, ਬਾਰਿਸ਼ ਹੋ ਜਾਂਦੀ ਆ, ਉਦੋਂ ਮਾੜਾ ਜਿਹਾ ਕਹਿੰਦੇ ਟ੍ਰੈਫਿਕ ਦਾ ਇੰਤਜ਼ਾਮ ਕਰਨਾ ਚਾਹੀਦਾ, ਟ੍ਰੈਫਿਕ ਕਲੀਅਰ ਹੋਣੀ ਚਾਹੀਦੀ ਹੈ, ਇਹ ਏ ਕਲਾਸ ਸਿਟੀ ਹੈ, ਇੱਥੇ ਕੀ ਹੋ ਰਿਹਾ। ਬਾਕੀ ਆ ਜਿਹੜਾ ਪੋਲੀਟੀਕਲ ਗੱਲ ਹੈ ਸਾਰੀ ਇਹ ਨਹੀਂ ਹੈ। ਜਿੱਥੋਂ ਤੱਕ ਆਹ ਸਾਰਾ ਮੁਸਲਮਾਨਾਂ ਦੀਆਂ ਦੁਕਾਨਾਂ ਸਾੜੀਆਂ, ਸਾਰਾ ਕੁਝ ਇਹ ਕਾਰਵਾਈ ਕਰਦੇ ਆ। ਉਹ ਵਿਚਾਰੇ ਬੰਦੇ ਕੁਝ ਨਹੀਂ ਕਰ ਸਕਦੇ। 70-75 ਸਾਲ ਤੋਂ ਵੀ ਕਿਤੇ ਉਹ ਥੋੜਾ ਕਿੰਨਾ ਰਿਐਕਟ ਜਿੰਨਾ ਕੁ ਹੁੰਦਾ ਮਨੁੱਖੀ ਲੈਵਲ ਤੇ ਉਹਨਾਂ ਕੁ ਰਿਐਕਟ ਹੁੰਦਾ, ਵੱਡਾ ਉਹ ਕੋਈ ਆਰਗੇਨਾਈਜ਼ ਕਰਕੇ ਕੁਝ ਨਹੀਂ ਕਰ ਸਕਦੇ। ਇਨਹਿਊਮਨ ਜਿਹੜੀਆਂ ਐਕਟੀਵਿਟੀਆਂ ਉਹਨਾਂ ਦਾ ਵਾਧਾ ਕਿੰਨਾ ਕੁ ਹੋ ਸਕਦਾ, ਕਿੱਥੋਂ ਤੱਕ ਹੋ ਸਕਦਾ, ਇਹ ਕਹਿ ਸਕਦੇ ਆ। ਤੇ ਬਾਕੀ ਜਿੱਥੋਂ ਤੱਕ ਜਦੋਂ ਫਾਸਿਸਟ ਤਾਕਤਾਂ ਆਉਂਦੀਆਂ, ਜਰਮਨ 'ਚ ਵੀ ਦੇਖਿਆ ਸਾਰਾ ਕੁਝ, ਜਰਮਨੀ 'ਚ ਵੀ ਦੇਖਿਆ, ਤੇ ਫਿਰ ਬਹੁਤੀ ਲੋਕ ਚੁੱਪ ਹੀ ਹੋ ਜਾਂਦੇ ਹੁੰਦੇ ਆ। ਉਵੇਂ ਹੀ ਸਾਡੇ ਚੁੱਪ ਧਾਰੀ ਵੀ ਹੈ। ਤੇ ਪਰ ਬੜਾ ਮਾੜਾ ਵਰਤਾਰਾ ਜਿਹਦਾ ਸੰਕੇਤ, ਜਿਹਦਾ ਸਿੰਬਲ, ਉਹ ਜਿਹੜਾ ਇੱਕ ਚੇਤਨ ਸਿੰਘ ਨਾਂ ਦਾ ਜਿਹੜਾ ਕਨਸਟੇਬਲ ਹੈ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ, ਉਸਨੇ ਜਿਹੜਾ ਵਰਤਾਰਾ ਕੀਤਾ, 4-5 ਬੰਦੇ ਮਾਰੇ ਆ, ਚੁਣ ਕੇ ਮਾਰੇ ਆ। ਕਿਉਂ ਮਾਰੇ ਆ? ਕਹਿ ਕੇ ਮਾਰਿਆ ਇਹ ਵੋਟ ਪਾਓ ਤਾਂ ਤੁਸੀਂ ਜੋਗੀ ਨੂੰ ਪਾਓ, ਮੋਦੀ ਨੂੰ ਪਾਓ। ਆਪਦੇ ASI ਨੂੰ ਮਾਰਿਆ ਪਹਿਲਾਂ, ਆਪਦੇ ਬੌਸ ਨੂੰ, ਉਹਨੂੰ ਵੀ ਇਹੀ ਕਹਿ ਕੇ ਮਾਰਿਆ। ਬਹਿਸ ਇੱਥੋਂ ਹੀ ਚੱਲੀ ਸੀ ਵੀ ਵੋਟ ਕਿਹਨੂੰ ਪਾਉਣੀ ਹੈ, ਕਿਹੜਾ ਠੀਕ ਹੈ ਕਿਹੜਾ ਗਲਤ ਹੈ। ਉਹ ਬਹਿਸ ਦਾ ਐਕਸਟੈਂਸ਼ਨ ਉਹਦੀ ਫਿਰ ਉਧਰ ਦੂਜੇ ਪਾਸੇ ਵਾਲੀ ਮਿਨੋਰਿਟੀ ਕਮਿਊਨਿਟੀ ਜਾਂ ਮੁਸਲਮਾਨਾਂ ਵੱਲ ਹੀ ਜਾਂਦੀ ਹੈ। ਇਹ ਸਾਰਾ ਵਰਤਾਰਾ ਇੱਕ ਸਿੰਬਲ ਹੈ ਵੀ ਕੀ ਹੋ ਰਿਹਾ। ਸਾਰਾ ਇਹ ਕਿਸੇ ਨੂੰ ਬਹੁਤਾ ਲੁਕਿਆ ਛਿਪਿਆ ਨਹੀਂ ਹੈ। ਚਾਹਨਾ ਜੀ ਤੁਸੀਂ ਇਹਦੇ ਬਾਰੇ ਕੁਝ ਕਹਿਣਾ, ਨਹੀਂ ਤੇ ਅਸੀਂ ਅਗਲੇ ਮੁੱਦੇ ਵੱਲ ਵਧੀਏ। ਨਹੀਂ, ਮੈਂ ਸਿਰਫ ਇੱਕੋ ਗੱਲ ਇਹ ਕਲੀਅਰ ਕਰਨੀ ਕਿ ਇਹ ਪਰਸੈਪਸ਼ਨ ਮੇਰੀ ਨਹੀਂ ਹੈ। ਮੈਂ ਇਹ ਕਿਹਾ ਸੀ ਵੀ ਲੋਕਾਂ ਨੂੰ ਐ ਮਹਿਸੂਸ ਹੋਣ ਲੱਗ ਪਿਆ ਕਿਉਂਕਿ ਇੱਕ ਪਾਸੜ ਚੱਲ ਰਿਹਾ ਕੰਮ ਹੈ ਨਾ, ਕਿਉਂਕਿ ਦੂਸਰੇ ਪਾਸਿਓਂ ਤੋਂ ਕੋਈ ਇੱਦਾਂ ਦੀ। ਪਰ ਮੈਂ ਸਗੋਂ ਜਿਹੜੀ ਗੱਲ ਜੋੜਨੀ ਚਾਹੁੰਦਾ ਸੀ ਉਹ ਇਹ ਸੀ ਕਿ ਹੁਣ ਆ ਪਿਛਲੇ ਹੀ ਦਿਨਾਂ ਦੇ ਵਿੱਚ, 1-2 ਦਿਨਾਂ ਦੇ ਵਿੱਚ ਹੀ ਜਿਹੜੀਆਂ ਟਵਿੱਟਰ ਦੇ ਉੱਤੇ, WhatsApp ਦੇ ਉੱਤੇ ਕੋਈ ਪੋਸਟਾਂ ਪਾਈਆਂ ਜਾ ਰਹੀਆਂ, ਉਹਨਾਂ ਦੇ ਵਿੱਚੋਂ
ਇਹੀ ਸੈਕਸ਼ਨ ਖਾਸ ਤੌਰ ਤੇ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਵੀ ਸਾਡੇ ਨਾਲ ਤੁਰਨਗੇ, ਖਾਸ ਤੌਰ ਤੇ ਜਿਹੜੇ ਜਾਟ ਕਮਿਊਨਿਟੀ ਹੈਗੀ ਆ, ਉਹਦੇ ਅੰਦਰੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਨਾ ਗੱਲਾਂ ਕਹੀਆਂ ਜਾ ਰਹੀਆਂ ਵੀ ਅਸੀਂ ਨਹੀਂ, ਅਸੀਂ ਇਸ ਰਾਹ ਦੇ ਬੰਦੇ ਨਹੀਂ ਹੈਗੇ, ਹਨਾ। ਯਾਨੀ ਉਹਨਾਂ ਨੇ ਇਹਦੇ ਵਿਰੋਧ 'ਚ ਖੜੇ ਹੋਣਾ ਸ਼ੁਰੂ ਕਰ ਦਿੱਤਾ ਹੋਇਆ। ਔਰ ਇਸੇ ਤਰ੍ਹਾਂ ਜਿਹੜਾ ਨਾ ਇਹ ਇੱਕ ਖਾਸ ਕਿਸਮ ਦਾ ਆਰਗੇਨਾਈਜ਼ਡ ਸੈਕਸ਼ਨ ਹੈਗਾ ਆ। ਔਰ ਜਿਹੜਾ ਭਾਰਤ ਹੈ ਉਹਦੇ ਨਾਲ ਹੀ ਜਿਹੜੀਆਂ ਕੱਚੀਆਂ ਭਾਵਨਾਵਾਂ ਵਾਲੇ ਲੋਕ ਹੈ ਜਿਹੜੇ ਉਹ ਪ੍ਰਭਾਵਿਤ ਹੋ ਰਹੇ ਆ। ਮੈਂ ਉਹ ਸਨ ਵੀ ਐਵੇਂ ਉੱਠ ਕੇ ਨਾਲ ਦੇ ਬੰਦੇ ਨੂੰ, ਕਿਸੇ ਹੋਰ ਬੰਦੇ ਨੂੰ ਮੌਤ ਦੇ ਘਾਟ ਉਤਾਰ ਦੇਣਾ, ਹਨਾ। ਉਹ ਉਸ ਲੈਵਲ ਦੀ ਨੇ ਜਿਹੜਾ ਵੈਸਟਰਨ ਕਨਸੈਪਟ ਹੈਗਾ ਨਾ ਵੀ ਸਿਵਲ ਵਾਰ, ਉਹ ਨਹੀਂ ਹੈ। ਜਾਣੀ ਇਹ ਖਰੂਦ ਹੀ ਹੋਈ ਜਾਵੇ, ਕੋਈ ਕਿਸੇ ਨੂੰ ਮਾਰ ਦੇਵੇ, ਕੋਈ ਕਿਸੇ ਨੂੰ, ਜਿਹਦੇ ਵਿੱਚ ਉਹ ਬਹਾਨਾ ਕੋਈ, ਮੇਰਾ ਮਤਲਬ ਸੀ ਇਹ ਕਹਿਣ ਤੋਂ। ਪਰ ਇਹਦੇ ਵਿੱਚ ਜਿਹੜਾ ਨਾ ਪੋਜ਼ਿਟਿਵ ਚੀਜ਼ਾਂ ਬਹੁਤ ਵਾਪਰ ਰਹੀਆਂ ਔਰ ਲੋਕ ਇੱਦਾਂ ਜਿਹੜਾ ਨਾ ਪਿੱਛੇ ਵੀ ਹਟ ਰਹੇ ਆ, ਨਾਲ ਵੀ ਨਹੀਂ ਤੁਰ ਰਹੇ। ਉੱਦਾਂ ਜਿੱਦਾਂ ਹੁਣੇ ਤੁਸੀਂ ਇਹ ਗੱਲ ਕੀਤੀ ਕਿ ਐਡਾ ਵੱਡਾ ਬਿਜ਼ਨਸ ਦਾ ਸੈਂਟਰ ਹੈਗਾ ਆ, ਉਹ ਲੋਕ ਜਿਹੜੇ ਨਾ ਪਰ ਬੋਲ ਨਹੀਂ ਰਹੇ, ਉਹਨਾਂ ਦਾ ਖਿਲਾਫ ਬਾਹਰ ਨਹੀਂ ਨਿਕਲ ਰਹੇ। ਇਹ ਸ਼ਾਇਦ ਸਟੇਜ ਆ ਜਾਵੇ ਜੇ ਇਸ ਤਰ੍ਹਾਂ ਦੀ। ਸੋ ਮੈਂ ਇਹ ਕਹਿਣਾ ਕਿ ਵੀ ਇਹ ਪਰਸੈਪਸ਼ਨ ਮੇਰੀ ਆਪਣੀ ਨਹੀਂ ਹੈ, ਇਹੋ ਜਿਹੀ ਪਰਸੈਪਸ਼ਨ ਕਿ ਵੀ ਇਹ ਕੁਝ ਇਹਦੀਆਂ ਸੰਭਾਵਨਾਵਾਂ ਹੋ ਸਕਦੀਆਂ। ਪਰ ਲੋਕਾਂ ਦੇ ਜੇ ਮਨਾਂ ਦੇ ਵਿੱਚ ਇਹ ਗੱਲ ਉੱਠਦੀ ਹੈਗੀ ਆ ਤੇ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਕਿ ਡਰ ਕਿਉਂ ਪੈਦਾ ਹੋਵੇ ਲੋਕਾਂ ਦੇ ਨਾਲ। ਮੈਂ ਇੱਕ ਐਡ ਕਰਨਾ ਚਾਹੁੰਦਾ ਜਿੱਥੇ ਜੰਡੂ ਜੀ, ਇੱਥੇ ਕੋਈ ਗੱਲ ਐਡ ਕਰਨਾ ਚਾਹੁੰਦਾ। ਮੈਨੂੰ ਇਹ ਲੱਗਦਾ ਵੀ ਦਿੱਲੀ ਵਿੱਚ ਜਿਹੜਾ ਕਿਸਾਨ ਮੋਰਚੇ ਦੀ ਸਕਸੈਸ ਹੋਈ ਜਾਂ ਕਿਸਾਨ ਮੋਰਚੇ ਦਾ ਅਸਰ ਹੈ, ਜਿਹੜੀ ਅਚਾਨਕ ਜੀ ਨੇ ਕਿਹਾ, ਉਹ ਦਿਖਾਈ ਦੇ ਰਿਹਾ ਹੈਗਾ। ਇੱਥੇ ਕਿਸਾਨ ਯੂਨੀਅਨ ਹੈ ਜਿਹੜੀਆਂ, ਤੇ ਬਹੁਤੇ ਜਿਹੜੇ ਜਾਟ ਸਮਾਜ ਹੈ ਨਾ ਉਸ ਏਰੀਏ ਦਾ, ਉਹ ਨਹੀਂ ਉਸ ਤਰੀਕੇ ਨਾਲ ਇਕੱਠੇ ਹੋ ਕੇ ਉਸ ਸਾਰੇ ਹਜੂਮ ਵਿੱਚ ਜਾ ਰਿਹਾ। ਹਜੂਮ ਵਿੱਚ ਜਾ ਰਹੇ ਆ। ਰੋਡ ਹੈ ਇੱਥੇ, ਜਿਹੜੇ ਇੱਕ ਰੋਡ ਛੋਟੀ ਜਿਹੀ ਕਮਿਊਨਿਟੀ ਹੈ ਜਿਹੜੀ ਕਿ ਅਹਿਮਦ ਸ਼ਾਹ ਅਬਦਾਲੀ ਵੇਲੇ ਜਦੋਂ ਫੌਜ ਮਰਾਠਾ ਫੌਜ ਆਈ ਸੀ ਤੇ ਉਹਦੇ ਜਿਹੜੇ ਇੱਥੇ ਲੋਕ ਬਚ ਗਏ ਸੀ ਜਾਂ ਇੱਥੇ ਹੀ ਰਹਿ ਗਏ ਸੀਗੇ, ਉਹਨਾਂ ਪਰਿਵਾਰਾਂ ਨੂੰ ਦੀ ਫੈਮਿਲੀਆਂ, ਉਹਨਾਂ ਦੇ ਪਿਛਲੀ ਬੈਕਗਰਾਉਂਡ ਆ, ਹਜੇ ਵੀ ਉਹ ਕਾਫੀ ਹੱਦ ਤੱਕ ਮਹਾਰਾਸ਼ਟਰ ਨਾਲ ਜੁੜੇ ਹੋਏ ਆ ਉਸ ਕਲਚਰ ਨਾਲ। ਦੂਸਰੇ ਹੈਗੇ ਇੱਥੇ ਰਾਜਪੂਤ। ਦੋ ਕਮਿਊਨਿਟੀਆਂ ਜਿਹੜੀਆਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਇਸ ਕਿਸਮ ਦੀ ਹਜੂਮ ਮਾਨਸਿਕਤਾ 'ਚ ਓਪਨ ਲੈਵਲ ਤੇ। ਬਾਕੀ ਜਾਟ ਪਿੱਛੇ ਹਟਿਆ, ਜਿਹੜਾ ਚਾਣਾ ਜੀ ਨੇ ਥੋੜਾ ਜਿਹਾ ਹਿੰਟ ਦਿੱਤਾ, ਬਿਲਕੁਲ ਪੋਜ਼ਿਟਿਵ ਹਟਿਆ। ਉਹਦਾ ਕਿਸਾਨ ਮੋਰਚੇ ਦਾ ਅਸਰ ਹੈ ਜਾਂ ਕਿਹਦਾ, ਇਹ ਪੂਰਾ ਪੋਜ਼ਿਟਿਵ ਅਸਰ ਹੈਗਾ। ਹਾਂਜੀ, ਇਸ ਸਭ ਅਸੀਂ ਜਿਹੜਾ ਗੱਲ ਹੈਗੀ ਹੈ, ਜਿਹੜੀ ਸੁਖਦੇਵ ਸਿੰਘ ਢੀਂਡਸਾ ਹੋਣਾ ਨੇ, ਜਿਹੜੇ ਅਕਾਲੀ ਦਲ ਸੰਯੁਕਤ ਦੇ ਮੁਖੀ ਨੇ ਤੇ ਜਿਹੜੇ NDA ਦਾ ਹਿੱਸਾ ਵੀ ਬਣੇ, ਜਿਹੜੀ ਮੀਟਿੰਗ ਹੋਈ ਹੁਣ, ਉਹਨਾਂ ਨੇ ਜਿਹੜੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਪਿਛੇ ਵੀ ਅਸੀਂ ਕਈ ਆਪਣੇ ਪ੍ਰੋਗਰਾਮਾਂ 'ਚ ਗੱਲ ਕੀਤੀ ਹੈ ਕਿ ਅਜੇ ਤੱਕ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ, ਉਸਨੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਕਰਾਈਆਂ ਜਾਣ, ਜਿਨ੍ਹਾਂ ਨੂੰ ਇੰਨਾ ਲੰਮਾ ਸਮਾਂ ਹੋ ਗਿਆ। ਤਾਂ ਢੀਂਡਸਾ ਹੁਣਾਂ ਨੇ ਹੁਣ ਇਹ ਮੰਗ ਕਰ ਦਿੱਤੀ ਹੈ, ਤੇ ਜਿਹੜੀਆਂ ਉਹਨਾਂ ਨੇ ਹੋਰ 3 ਮੰਗਾਂ ਰੱਖੀਆਂ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਪਹਿਲੀ ਗੱਲ ਤਾਂ ਔਨ ਰਿਕਾਰਡ ਹੈ ਵੀ ਕਦੀ ਅਕਾਲੀ ਦਲ ਨੇ ਚੋਣਾਂ ਡਿਲੇ ਹੁੰਦੀਆਂ ਕਦੇ ਮੰਗੀਆਂ ਹੀ ਨਹੀਂ ਉਹਨਾਂ ਨੇ ਚੋਣ। ਦੇਖੋ, 47 ਤੋਂ ਪਹਿਲਾਂ ਤੱਕ ਜਿਹੜੀਆਂ 7 ਸ਼ਾਇਦ ਚੋਣਾਂ ਹੋਈਆਂ, ਉਹ ਰੈਗੂਲਰਲੀ ਹੁੰਦੀਆਂ ਰਹੀਆਂ। 47 ਤੋਂ ਬਾਅਦ ਜਦੋਂ ਆਪਾਂ ਆਜ਼ਾਦ ਕਾਹਦਾ ਹੋਏ ਆ, ਉਦੋਂ ਪਿੱਛੋਂ ਦਿੱਲੀ ਦੀ ਮਰਜ਼ੀ ਦੇ ਮੁਤਾਬਕ ਇਹ ਸਾਰੇ ਅਕਾਲੀ ਦਲ ਵਗੈਰਾ ਚੱਲਣ ਲੱਗੇ, ਉੱਥੇ ਜੁੜ ਗਿਆ ਸਾਰਾ ਕੁਝ। ਉਦੋਂ ਪਿੱਛੋਂ ਡਿਲੇ ਵੀ ਹੋਈਆਂ, ਸਾਰਾ ਕੁਝ ਬਹੁਤ ਘੱਟ ਚੋਣਾਂ ਹੋਈਆਂ 75 ਸਾਲਾਂ 'ਚ। ਹਾਂਜੀ, ਜਿਹੜੀਆਂ ਪਹਿਲੀਆਂ 75 ਤੋਂ ਪਹਿਲਾਂ ਜਿਹੜੀ 26 ਚ ਪਹਿਲੀਆਂ ਚੋਣਾਂ ਹੋਈਆਂ ਸੀ, ਉੱਥੇ ਸਾਰੀਆਂ ਰੈਗੂਲਰ ਹੋਈਆਂ। ਇਹ ਸਾਰਾ ਕਦੇ ਮੰਗਿਆ ਨਹੀਂ। ਇਹ ਪਹਿਲੀ ਗੱਲ ਹੈ ਵੀ ਕਿਸੇ ਬਾਤ ਅਕਾਲੀ ਦਲ ਨੇ, ਚਲੋ ਫੈਕਸ਼ਨ ਕਹਿ ਦਿਓ, ਫੈਕਸ਼ਨ ਤਾਂ ਹਮੇਸ਼ਾ ਅੱਗੇ ਮੰਗਦੇ ਹੀ ਆਏ ਆ, ਤੇ ਮੇਨ ਬਣ ਜੇ ਤਾਂ ਚੰਗੀ ਗੱਲ ਹੈ। ਪਰ ਮੰਗਾਂ ਜਿਹੜੀਆਂ ਉਸਨੇ ਉਠਾਈਆਂ ਬਿਲਕੁਲ ਜੈਨੂਇਨ ਹੈ। ਉਹ ਸਿੱਖ ਮਸਜਿਦ ਨੂੰ ਨਾਲ ਜੋੜਨ ਦੀ ਗੱਲ ਵੀ ਹੈ ਉਹਨਾਂ ਮੰਗਾਂ ਦੇ ਵਿੱਚ। ਉਹਨਾਂ ਮੰਗਾਂ ਦੇ ਵਿੱਚ ਇੱਕ ਜਿਹੜੀ ਰੀਜਨਲ ਲੈਵਲ ਦੀ ਅਕਾਲੀ ਦਲ ਦਾ ਰੂਪ ਚਾਹੀਦਾ, ਜਾਂ ਉਹਦੀ ਸੈਂਸ ਚਾਹੀਦਾ, ਉਹਦਾ ਤੱਤ ਰੂਪ 'ਚ ਚਾਹੀਦਾ, ਜਿਸ ਕਿਸਮ ਦਾ ਅਕਾਲੀ ਦਲ ਹੋਵੇ ਪੋਲੀਟੀਕਲ, ਉਸ ਦੀ ਉਹਨੇ ਮੰਗਾਂ ਦੋਨੋਂ ਉਠਾਈਆਂ। ਤੇ ਕੋਸ਼ਿਸ਼ ਹੈ ਵੀ ਹੁਣ ਦੂਜੇ ਅਕਾਲੀ ਦਲ ਨੂੰ ਵੀ, ਬਾਦਲ ਅਕਾਲੀ ਦਲ ਨੂੰ ਵੀ ਮੁਸ਼ਕਲ ਹੋ ਜਾਊਗਾ ਇਹ ਲੈਟਰ ਆਉਣ ਤੋਂ ਬਾਅਦ ਵੀ ਉਹ ਇਸ ਲੀਹ ਤੇ ਨਾ ਚੱਲ ਸਕੇ, ਚੱਲਣਾ ਪਊ ਇਸ ਤੇ। ਤੇ ਇਹਦੇ ਤੇ ਚੱਲ ਕੇ ਹੀ ਉਹ ਇਸ ਦੇ ਵਿੱਚੋਂ ਇਹ ਨਹੀਂ ਹੈ ਵੀ ਹੁਣ ਬਾਦਲ ਸੁਖਬੀਰ ਸਿੰਘ ਬਾਦਲ ਕਹੇ ਮੇਰਾ ਅਕਾਲੀ ਦਲ ਚੱਲਦਾ ਰਹੂਗਾ, ਇਹ ਹੁਣ ਪੋਸੀਬਲ ਨਹੀਂ ਹੈ। ਇਸ ਕਿਸਮ ਦੀ ਜਿਹੜੇ ਲੈਟਰ ਦਾ ਬਹੁਤ ਜ਼ਿਆਦਾ ਇਫੈਕਟ ਹੋਊਗਾ।
ਤੇ ਪਹਿਲਾਂ ਹੀ ਆਲਰੇਡੀ ਐਸਜੀਪੀਸੀ ਤਾਂ ਬਹੁਤ ਜ਼ਿਆਦਾ ਕੰਟਰੋਵਰਸੀ 'ਚ ਹੈਗੀ ਆ, ਇਸ ਕਰਕੇ ਨਹੀਂ, ਬਾਕੀ ਪਰ ਜਿਹੜੀਆਂ ਮੰਗਾਂ ਜ਼ਰੂਰ ਬਾਕੀ ਜਿਹੜੀ ਮੰਗ ਇਹ ਵੀ ਤਾਂ ਹੈ ਸਿਰ ਸਾਹਿਬ, ਇਹ ਵੀ ਤਾਂ ਹੈ ਨਾ ਕਿ ਜਿਹੜੀਆਂ ਮੰਗਾਂ ਸੁਖਦੇਵ ਸਿੰਘ ਢੀਂਡਸਾ ਹੋਣਾ ਨੇ ਉਠਾਈਆਂ ਹੈਗੀਆਂ, ਉਹ ਸਾਰੇ ਉਹ ਇਸ਼ੂ ਹੈ ਜਿਨ੍ਹਾਂ ਕਰਕੇ ਕਾਲੀ ਰਾਜਨੀਤੀ ਨੂੰ ਅੱਜ ਹਾਸ਼ੀਏ ਤੇ ਪਹੁੰਚਣਾ ਪਿਆ। ਜਿਹੜੀਆਂ ਉਹਨਾਂ ਨੇ ਛੱਡੀਆਂ ਸੀ ਜਿਨ੍ਹਾਂ ਕਰਕੇ ਹਾਸ਼ੀਏ ਤੇ ਪਹੁੰਚਣਾ ਪਿਆ, ਠੀਕ ਹੈ ਤੁਹਾਡੀ ਗੱਲ, ਉਹ ਸਾਰੀਆਂ ਮੰਗਾਂ ਫਿਰ ਰੀਇਟਰੇਟ ਹੋਈਆਂ। ਅਸਲ ਵਿੱਚ ਅਕਾਲੀ ਦਲ ਜਾਂ ਪੰਜਾਬ ਦੀ ਕੋਈ ਵੀ ਰੀਜਨਲ ਪਾਰਟੀ ਹੈ ਇਹਨਾਂ ਮੇਨ ਮੰਗਾਂ ਤੇ ਚੱਲ ਸਕਦੀ ਹੈ, ਇੱਥੇ ਚੱਲ ਸਕਦੀ ਹੈ, ਇਹੀ ਉਹਦਾ ਬੇਸ ਬਣ ਸਕਦਾ। ਚਲੋ ਇੱਧਰ ਉੱਧਰ ਦੀਆਂ ਹੋਰ ਨਾਲ ਇਹ ਬੇਸ ਛੱਡੀ ਬੈਠੇ ਅਕਾਲੀ ਦਲ, ਇਸ ਕਰਕੇ ਤੁਸੀਂ ਇਹ ਮੰਨ ਸਕਦੇ ਹੋ ਵੀ ਜਿਸ ਤਰੀਕੇ ਨਾਲ ਆਪ ਨੇ ਸਾਰਾ ਸਵੀਪ ਕਰਤਾ, ਜਾਂ ਅਕਾਲੀ ਦਲ ਦਾ ਵਜੂਦ ਹੀ ਨਾ ਰਿਹਾ ਹੋਵੇ, ਜਿੱਤਣ ਦੀ ਪੋਜੀਸ਼ਨ ਛੱਡੋ, ਸਭ ਕਿਸੇ ਤਰ੍ਹਾਂ ਪੋਲੀਟੀਕਲ, ਇਹ ਸਾਰੀਆਂ ਗੱਲਾਂ ਇਸ ਕਰਕੇ ਹੋਈਆਂ ਜਿਸ ਕਿਸਮ ਦਾ ਉਹ ਮਤਲਬ ਕਿ ਵੀ ਇਹਨਾਂ ਨੇ ਦਿੱਲੀ ਦੀ ਪੋਲਿਟਿਕਸ, ਦਿੱਲੀ ਦੇ ਏਜੰਡੇ ਤੇ ਜਾਂ ਨੈਸ਼ਨਲਿਸਟ ਏਜੰਡੇ ਉੱਤੇ ਕੰਮ ਕੀਤਾ। ਅਸੀਂ ਨਹੀਂ ਕਹਿੰਦੇ ਨੈਸ਼ਨਲ ਏਜੰਡੇ ਤੇ ਨਾ ਕਰੇ ਕੋਈ ਕੰਮ, ਸਵਾਲ ਹੈ ਵੀ ਰੀਜਨਲ ਏਜੰਡਾ ਛੱਡ ਕੇ ਇੱਕ ਅਲਟਰਾ ਨੈਸ਼ਨਲਿਸਟ ਏਜੰਡੇ ਉੱਤੇ ਕੰਮ ਕੀਤਾ ਇਹਨਾਂ ਨੇ, ਜਿਹੜਾ ਆਰਐਸਐਸ ਦਾ ਏਜੰਡਾ ਸੀ, ਉਹਦੇ ਉੱਤੇ ਅਕਾਲੀ ਦਲ ਨੇ ਪੋਲਿਟਿਕਸ ਸ਼ੁਰੂ ਕਰਤੀ। ਦਰਬਾਰ ਸਾਹਿਬ ਦੇ ਫੌਜੀ ਹਮਲੇ ਤੋਂ ਬਾਅਦ ਇਹ ਜਿਹੜੀ ਉਸ ਦਾ ਹੀ ਸਾਰਾ ਸਿੱਟਾ ਨਿਕਲਿਆ। ਪੰਜਾਬ ਦੀ ਹਾਲਤ ਹਜੇ ਤੱਕ ਠੀਕ ਨਹੀਂ ਹੋਈ, ਜਾਂ ਪੰਜਾਬ ਜਿਹੜਾ ਰਸਾਤਲ ਵੱਲ ਗਿਆ, ਗਿਰਦਾ ਹੀ ਗਿਆ ਹਰ ਲੈਵਲ ਤੇ, ਐਜੂਕੇਸ਼ਨ ਹੈ, ਐਗਰੀਕਲਚਰ, ਪਰ ਕੈਪੀਟਾ ਇਨਕਮ, ਸਾਰੇ ਕਾਸੇ ਜਿਹੜਾ ਥੱਲੇ ਗਿਆ, ਉਹ ਇਸ ਕਿਸਮ ਦੀ ਪੋਲਿਟਿਕਸ ਸੀ ਜਿਹੜੀ ਕਿ ਉਹ ਦਿੱਲੀ ਦੇ ਏਜੰਡੇ ਤੇ ਕੀਤੀ ਸੀ। ਇਸ ਕਰਕੇ ਇਹ ਦਿੱਲੀ ਦੇ ਏਜੰਡੇ ਤੋਂ ਪਾਸੇ ਦੀ ਗੱਲ ਕੀਤੀ ਹੈ ਲੈਟਰ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ, ਔਰ ਬੇਸਿਕ ਇਸ਼ੂ ਉਠਾਇਆ, ਤੇ ਪੋਲਿਟਿਕਸ ਇਧਰਲੇ ਪਾਸੇ ਹੋਊ ਜੇ ਕੋਈ ਪਾਰਟੀ ਉੱਠੂਗੀ ਤਾਂ, ਨਹੀਂ ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਇਸ ਮਾਮਲੇ ਦੇ ਸੁਖਬੀਰ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਇਕੱਠੇ ਵੀ ਹੋ ਸਕਦੇ ਇਸ ਇਸ਼ੂ ਤੇ? ਸਵਾਲ ਹੀ ਨਹੀਂ ਪੈਦਾ, ਇਕੱਠੇ ਹੋ ਜਾਣ ਮਤਲਬ ਕਿ ਇਹ ਜਿਹੜਾ ਇਹ ਸੁਖਬੀਰ ਸਿੰਘ ਬਾਦਲ ਹੈ, ਉਹਦੀ ਪੋਲਿਟਿਕਸ ਚੱਲੂਗੀ ਨਹੀਂ, ਉਹਨੂੰ ਆਉਣਾ ਮੁਸ਼ਕਲ ਆ, ਬਹੁਤ ਦੂਰ ਨਿਕਲ ਚੁੱਕਿਆ ਉਹ ਉਸ ਕਿਸਮ ਦੀ ਪੋਲਿਟਿਕਸ, ਵਾਪਸ ਤੋਂ ਆਇਆ ਨਹੀਂ ਜਾਣਾ, ਉਹਦਾ ਸਰੂਪ ਹੀ ਨਹੀਂ ਬਣਨਾ, ਉਹਦਾ ਟੋਟਲ ਮੈਂਟਲ ਮੇਕਅਪ ਹੀ ਹੈ ਨਹੀਂਗਾ ਵੀ ਇਹ ਟ੍ਰੈਡੀਸ਼ਨਲ ਜਾਂ ਰਵਾਇਤੀ ਅਕਾਲੀਆਂ ਵਾਲੀ ਕੋਈ ਗੱਲ ਚੁੱਕ ਸਕੇ, ਕਿੰਨਾ ਵੀ ਕੋਈ ਕਹੀ ਜਾਵੇ, ਉਹਦੇ ਕੋਲ ਹੈ ਨਹੀਂ, ਇਹ ਸਾਰਾ ਈਡੀਐਮ ਵੀ ਨਹੀਂ ਹੈ, ਨਾ ਉਹਦਾ ਮੇਕਅਪ ਵੀ ਨਹੀਂ ਹੈ, ਨਾ ਹਰਸਿਮਰਤ ਕੌਰ ਦਾ, ਬਾਦਲ ਦਾ, ਨਾ ਮਜੀਠੀਏ ਦਾ। ਇਸ ਕਰਕੇ ਇਹ ਜਿਹੜੇ ਮਾਡਰਨ ਅਕਾਲੀ ਹੈ, ਇਹਨਾਂ ਤੋਂ ਉਸ ਲੀਹ ਤੇ ਆਇਆ ਨਹੀਂ ਜਾਣਾ, ਤੇ ਇਸ ਕਰਕੇ ਅਕਾਲੀ ਦਲ ਉਹਨਾਂ ਚਿਰ ਪਿਕਅਪ ਹੀ ਨਹੀਂ ਕਰੇਗਾ, ਟੇਕ ਆਫ ਹੀ ਨਹੀਂ ਹੋਏਗਾ, ਇਹ ਬਾਕੀ ਇੱਥੇ ਕਰਦੇ ਚਲਦੇ ਰਹਿਣਗੇ। ਹਾਂਜੀ, ਇਹ ਚਾਹਨਾ ਜੀ ਤੁਸੀਂ ਇਹਦੇ ਬਾਰੇ ਕੁਝ ਕਿਹਾ? ਮੇਰਾ ਖਿਆਲ ਹੈ ਸਿੱਧੂ ਸਾਹਿਬ ਨੇ ਇਹ ਗੱਲ ਬਿਲਕੁਲ ਸਾਰੇ ਪੱਖ ਲੈ ਲਏ ਆ, ਮੈਨੂੰ ਬਹੁਤਾ ਜ਼ਰੂਰਤ ਵੀ ਨਹੀਂ ਹੈ ਇਹਦੇ ਬਾਰੇ, ਪਰ ਇਹ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਇਹਦਾ ਜਿਹੜੀ ਮੰਗ ਉਠਾਈ ਆ ਉਹਨਾਂ ਨੇ ਕਿ ਐਸਜੀਪੀਸੀ ਦੀ ਚੋਣ ਕਰਵਾਈ ਜਾਵੇ, ਤੇ ਦੂਸਰੀ ਮੰਗ ਉਠਾਈ ਹੈ ਕਿ ਪਾਕਿਸਤਾਨ ਦੇ ਨਾਲ ਜਿਹੜਾ ਨਾ ਉਹ ਵਪਾਰ ਖੋਲ੍ਹਿਆ ਜਾਵੇ। ਇਹ ਬੜੀਆਂ ਮਹੱਤਵਪੂਰਨ ਮੰਗਾਂ ਨੇ, ਦੋਹਾਂ ਬਹੁਤ ਮਹੱਤਵਪੂਰਨ ਨੇ। ਇੱਕ ਤੇ ਸਿੱਧੀ ਪੰਜਾਬ ਦੇ ਨਾਲ ਤਾਲੁਕ ਰੱਖਦੀ ਹੈ ਗੱਲ, ਜੁੜੀ ਹੋਈ ਪੰਜਾਬ ਦੀ ਹਾਂ, ਦੂਸਰੀ ਔਰ ਪੰਜਾਬ ਦੀ ਇਕਨੋਮੀ ਦੇ ਨਾਲ ਵੀ ਰੱਖਦੀ ਆ, ਔਰ ਦੂਸਰਾ ਹੈ ਕਿ ਬਾਰਡਰ ਦੇ ਉੱਤੇ ਜਿਹੜੀ ਨਾ ਕਸ਼ਮਕਸ਼ ਹੈਗੀ ਆ, ਸਿੱਧੀ ਐਨਿਮਿਟੀ ਹੈਗੀ ਆ, ਉਹਦੇ ਨਾਲ ਵੀ ਸੰਬੰਧ ਰੱਖਦੀ ਆ, ਜਿਹੜੀ ਈਜ਼ ਹੋਏਗੀ। ਔਰ ਮੈਂ ਇਹ ਸਮਝਦਾ ਹਾਂ ਕਿ ਜਿਹੜਾ ਇੰਨਾ ਜ਼ਬਰਦਸਤ ਕੁਰਬਾਨੀਆਂ ਵਾਲੇ ਇਤਿਹਾਸ ਵਾਲੀ ਜਿਹੜੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ, ਉਹਦੀ ਵਿਰਾਸਤ ਹੈ ਜਿਹੜੀ, ਉਹਦੇ ਵਾਰਿਸ ਕੌਣ ਨੇ, ਇਹਦਾ ਅਜੇ ਜਾਣੀ ਨਾ ਲੋਕਾਂ ਨੂੰ ਅਜੇ ਸਾਹਮਣੇ ਆਉਣੀ ਆ ਗੱਲ, ਹੈ ਨਾ। ਇਹ ਲੜਾਈ ਚੱਲ ਰਹੀ ਹੈ, ਔਰ ਇਹਦੇ ਵਿੱਚ ਇਹ ਆ ਕਿ ਪਹਿਲਾਂ ਚੱਲਦਾ ਸੀ ਸਾਰਾ ਬੜਾ ਦਬਦਬਾ ਸੀਗਾ, ਔਰ ਉਹਦੇ ਉੱਤੇ ਐਸਜੀਪੀਸੀ ਦਾ ਜਿਹੜਾ ਰੋਲ, ਜਾਂ ਉਹਦੇ ਤੇ ਜਿਸ ਪਾਰਟੀ ਦਾ ਪੋਲੀਟੀਕਲ ਪਾਰਟੀ ਦਾ ਕਬਜ਼ਾ ਜਾਂ ਪੋਲੀਟੀਕਲ ਸੈਕਸ਼ਨ ਦਾ ਕਬਜ਼ਾ ਹੋਣਾ, ਔਰ ਇਹ ਸਾਰੀਆਂ ਗੱਲਾਂ ਪਹਿਲਾਂ ਚੱਲਦੀਆਂ ਸੀ। ਹੁਣ ਆ ਪਿੱਛੇ ਜਿਸ ਤਰ੍ਹਾਂ ਦੀ ਐਸਜੀਪੀਸੀ ਦੇ ਸੰਬੰਧ ਦੇ ਵਿੱਚ ਕਿ ਇਹਨੂੰ ਇਹ ਸ਼ਬਦ ਵਰਤਿਆ ਜਾ ਰਿਹਾ ਕਿ ਇਹਨੂੰ ਇੱਕ ਬਾਦਲ ਪਰਿਵਾਰ ਤੋਂ ਜਾਣੀ ਆਜ਼ਾਦ ਕਰਵਾਇਆ ਜਾਵੇ, ਔਰ ਇਹ ਜਿਹੜੀਆਂ ਚੀਜ਼ਾਂ ਆ ਨਾ, ਇਹ ਅਸਲ 'ਚ ਇਹਦਾ ਪੋਲੀਟੀਕਲ ਕੰਟੈਂਟ ਇਹੀ ਆ ਕਿ ਐਸਜੀਪੀਸੀ ਇੱਕ ਐਸੀ ਤਾਕਤ ਹੈਗੀ ਆ ਪੰਜਾਬ ਦੇ ਵਿੱਚ, ਜੇ ਔਰ ਉਸ ਤਾਕਤ ਨੂੰ ਆਪਣੇ ਹਿੱਤ ਵਾਸਤੇ ਕੋਈ ਐਸੀ ਤਾਕਤ ਹੋਰ ਇਸਤੇਮਾਲ ਨਾ ਕਰੇ, ਇੱਦਾਂ ਦਾ ਵੀ ਇੱਕ ਭਾਵਨਾ ਜਿਹੜੀ ਨਾ ਉਹ ਪਿਛਲੇ ਸਾਰੇ ਸਮੇਂ ਦੇ ਵਿੱਚ। ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਜਿਹੜੀ ਸਿੱਧੂ ਸਾਹਿਬ ਨੇ ਗੱਲ ਕਹੀ ਹੈ ਨਾ, ਕਿ ਵੀ ਉਹਦੇ ਵਿੱਚ ਇੱਕ ਫੈਕਟਰ ਇਹੀ ਆ ਕਿ ਸ਼ਾਇਦ
ਸੁਖਬੀਰ ਬਾਦਲ ਦੇ ਲਈ ਹੁਣ ਬਹੁਤ ਔਖਾ ਹੋ ਜਾਵੇ ਉਸ ਵਿਰਾਸਤ ਨੂੰ ਅੱਗੇ ਤੋਰਨ ਦੇ ਲਈ, ਜਿਹਦੇ ਤੇ ਇਹ ਦਫਾੜਵੀ ਹੋਈ ਜਾਂ ਢੀਂਡਸਾ ਸਾਹਿਬ ਦਾ ਅਲੱਗ ਹੋਣਾ, ਢੀਂਡਸਾ ਸਾਹਿਬ ਦਾ ਜਿਹੜਾ ਨਾ ਉਹ ਬੀਜੇਪੀ ਦੇ ਨੇੜੇ ਚਲੇ ਜਾਣਾ, ਔਰ ਉਹਦੇ ਵਿੱਚ ਪਿੱਛੇ ਕੋਈ ਹੋਰ ਚੱਲ ਰਹੀ ਹੈ ਕਿ ਇਹਦੇ ਚੋਂ ਕੀ ਨਤੀਜਾ ਨਿਕਲੇ, ਇਹ ਗੱਲ ਵੱਖਰੀ ਹੈਗੀ। ਇਸ ਗੱਲ ਨੂੰ ਸਾਹਮਣੇ ਆਉਣਾ, ਫਿਰ ਉਹ ਸਾਰੇ ਜਿਹੜੇ ਨਾ ਇਕੱਠੇ ਹੋਣ ਦਾ ਇੱਕ ਪ੍ਰੋਸੈਸ ਸ਼ੁਰੂ ਹੋਏਗਾ ਜੇ ਇਲੈਕਸ਼ਨ ਸਾਹਮਣੇ ਆਏਗੀ, ਜੇ ਸ਼ੁਰੂ ਹੋਏਗੀ। ਔਰ ਇਸੇ ਤਰ੍ਹਾਂ ਜਿਹੜਾ ਨਾ ਪੰਜਾਬ ਦੇ ਜਿਹੜੇ ਦੋਹਾਂ ਦੇਸ਼ਾਂ ਦੇ ਦਰਮਿਆਨ ਜਿਹੜੇ ਹਾਲਾਤ ਆ, ਔਰ ਉਹ ਵਪਾਰ ਖੁੱਲਣ ਦੇ ਨਾਲ ਉਹ ਬਹੁਤ ਵੱਡੀ ਤਬਦੀਲੀ ਆਉਣ ਦਾ ਜਿਹੜਾ ਨਾ ਉਹ, ਜਿਸ ਤਰ੍ਹਾਂ ਪੰਜਾਬ ਦੀ ਇਕੋਨਮੀ ਨੂੰ ਵੀ ਜੇ ਵਪਾਰ ਖੁੱਲੇ ਤਾਂ ਬੜਾ ਸਹਾਰਾ ਮਿਲੇਗਾ। ਵਪਾਰ ਦਾ ਇੱਕ ਲਾਂਘਾ ਜਿਹੜਾ ਰੂਟ ਆ ਖੁੱਲੇਗਾ, ਉਹਦੇ ਨਾਲ ਹੋਰ ਕਈ ਅਲਾਈਡ ਜਿਹੜੇ ਆ ਜਿਹੜੀਆਂ ਚੀਜ਼ਾਂ ਜਿਹੜੀਆਂ ਨਾ ਸ਼ੁਰੂ ਹੋਣਗੀਆਂ। ਔਰ ਇਹ ਕੀ ਇਸ ਪਾਸੇ ਵੱਲ ਨੂੰ ਇਹ ਇੱਕ ਬੜੀ ਵੱਡੀ ਗੱਲ ਹੋ ਜਾਏਗੀ ਜੇ ਢੀਂਡਸਾ ਸਾਹਿਬ ਦੇ ਇਸ ਮੰਗ ਦੇ ਉੱਤੇ ਕੋਈ ਅਸਰ ਹੁੰਦਾ ਆ। ਟੈਨਸ਼ਨ ਵੀ ਘਟੇਗੀ, ਟੈਨਸ਼ਨ ਘਟੇਗੀ ਤਾਂ ਵਪਾਰ ਖੁੱਲੇਗਾ, ਔਰ ਜੇ ਵਪਾਰ ਖੁੱਲੇਗਾ ਤਾਂ ਦੋਹਾਂ ਦੇਸ਼ਾਂ ਦੀ ਇਕੋਨਮੀ ਨੂੰ ਜਿਹੜਾ ਖਾਸ ਤੌਰ ਤੇ ਇੱਧਰਲੇ ਪੰਜਾਬ ਦੀ ਇਕੋਨਮੀ ਨੂੰ ਕਾਫੀ ਫਰਕ ਪਏਗਾ। ਉਹਨਾਂ ਚੀਜ਼ਾਂ ਦੀਆਂ, ਖੇਤੀਬਾੜੀ ਦੀਆਂ ਉੱਥੇ ਵੀ ਲੋੜ ਹੈਗੀਆਂ ਜਿਹੜੀਆਂ ਇੱਧਰ ਪੈਦਾ ਹੁੰਦੀਆਂ, ਔਰ ਉੱਧਰਲੀਆਂ ਚੀਜ਼ਾਂ ਦੇ ਇੱਧਰ ਆਉਣ ਦੇ ਨਾਲ ਇੱਧਰਲੀਆਂ ਚੀਜ਼ਾਂ ਦਾ ਜਿਹੜਾ ਨਾ ਭਾਅ ਟਿਕਾਣੇ ਆਏਗਾ, ਘਟੇਗਾ। ਔਰ ਇਸ ਕਰਕੇ ਇਹ ਬਹੁਤ ਵੱਡੀ ਮੰਗ ਹੈਗੀ ਆ ਜਿਹੜੀ ਵਪਾਰ ਖੋਲ੍ਹਣ ਵਾਲੀ। ਤੇ ਦੂਸਰੀ ਜਿਹੜੀ ਹੈਗੀ ਆ ਉਹਦੇ ਨਤੀਜੇ ਆ ਨਿਕਲਣ ਦੀ ਉਮੀਦ ਹੋ ਸਕਦੀ ਆ ਕਿ ਉਹ ਸਾਰੇ ਜਿਹੜੇ ਵਿਖਰੇ ਹੋਏ ਸੈਕਸ਼ਨ ਹੈਗੇ ਉਹਨਾਂ ਦੇ ਇਕੱਠੇ ਹੋਣ ਦਾ ਇੱਕ ਤਰੀਕਾ ਨਿਕਲ ਆਵੇ ਜੇ ਉਹ ਇਲੈਕਸ਼ਨ, ਹੁਣ ਸ਼ਾਇਦ ਇਸੇ ਨੂੰ ਧਿਆਨ 'ਚ ਰੱਖ ਕੇ ਉਹਨਾਂ ਨੇ ਉਠਾਈ ਹੋਏ ਇਹ ਗੱਲ। ਸਿਰ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੀ ਇਕਾਈ ਹੈ, ਪੰਜਾਬ ਦਾ ਯੂਨਿਟ ਹੈ ਉਹਨਾਂ ਦਾ, ਉਹਦੇ ਵਿੱਚ ਪਿਛਲੇ ਸਮੇਂ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਸੀਗੀ ਉਸ ਦੇ ਵਿੱਚੋਂ ਕਾਫੀ ਸਾਰੇ ਜਿਹੜੇ ਮੰਤਰੀ ਹੈ ਤੇ ਉਸ ਸਮੇਂ ਜਿਹੜੇ ਕਾਂਗਰਸ ਦੇ ਪ੍ਰਧਾਨ ਸੀ ਸੁਨੀਲ ਜਾਖੜ, ਉਹ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ ਸੀ ਚੋਣਾਂ ਤੋਂ ਪਹਿਲਾਂ। ਔਰ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਉੱਥੇ ਜਾਣ ਦੇ ਨਾਲ ਜਿਹੜੀ ਸਥਿਤੀ ਬਣੀ ਹੈ ਕਿ ਉੱਥੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਪਣੇ ਪੁਰਾਣੇ ਆਗੂ ਹੈ ਉਹ ਗੈਰ ਸਰਗਰਮ ਹੋ ਕੇ ਬੈਠੇ ਹੋਏ ਆ। ਤੇ ਦੂਸਰੇ ਪਾਸੇ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਸੁਨੀਲ ਜਾਖੜ ਹੋਣੀ ਜਿਸ ਢੰਗ ਨਾਲ ਸਾਰੀ ਸਰਗਰਮੀ ਕਰ ਰਹੇ ਆ, ਔਰ ਬਕਾਇਦਾ ਉਹ ਜਦੋਂ ਜਾਂਦੇ ਆ ਤਾਂ ਉਹਨਾਂ ਦੇ ਨਾਲ ਚਾਹੇ ਉਹ ਹੜ੍ਹ ਪੀੜਤਾਂ ਦੇ ਪਤਾ ਕਰਨ ਲਈ ਉੱਥੇ ਹਾਲ ਚਾਲ ਪੁੱਛਣ ਜਾਂਦੇ ਆ, ਚਾਹੇ ਹੜ੍ਹ ਪੀੜਤ ਇਲਾਕਿਆਂ 'ਚ ਜਾਂਦੇ ਆ, ਚਾਹੇ ਹੋਰ ਥਾਵਾਂ ਤੇ ਜਿਹੜੀ ਉਹਨਾਂ ਦੀ ਸਰਗਰਮੀ ਆ, ਉੱਥੇ ਜਿਹੜੇ ਲੋਕ ਨਾਲ ਉਹਨਾਂ ਦੇ ਦੇਖਣ ਨੂੰ ਮਿਲਦੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਲੋਕ ਘੱਟ ਹੁੰਦੇ ਆ, ਤੇ ਜਿਹੜੇ ਕਾਂਗਰਸ ਦੇ ਲੋਕ ਕਿੱਧਰੋਂ ਗਏ ਆ, ਚਾਹੇ ਉਹ ਬਲਵੀਰ ਸਿੰਘ ਸਿੱਧੂ ਹੈ, ਗੁਰਮੀਤ ਸਿੰਘ ਕਾਂਗੜ ਹੈ, ਚਾਹੇ ਹੋਰ ਆਗੂ ਨੇ, ਉਹ ਜ਼ਿਆਦਾ ਉੱਥੇ ਨਜ਼ਰ ਆਉਂਦੇ ਆ। ਤੇ ਲੋਕ ਇਸ ਬਾਰੇ ਚਰਚਾਵਾਂ ਸ਼ੁਰੂ ਹੋਈਆਂ ਕਿ ਕੀ ਉਹ ਇੱਕ ਵੀ ਕਾਂਗਰਸ ਦੇ ਰੂਪ ਦੇ ਤੌਰ ਤੇ ਨਜ਼ਰ ਆਉਂਦੇ ਆ ਉੱਥੇ ਭਾਰਤੀ ਜਨਤਾ ਪਾਰਟੀ ਦੇ ਵਿੱਚ। ਤਾਂ ਤੁਸੀਂ ਇਹ ਸਾਰੇ ਵਰਤਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਦੋਂ ਕੈਪਟਨ ਦਾ ਜੇ ਪਿਛਲਾ ਸਾਲ ਸੀ, ਚੌਥਾ ਸਾਲ ਕਹਿ ਦਈਏ, ਉਦੋਂ ਹੀ 4.5 ਸਾਲ ਉਹਨੇ ਸਾਰਾ ਰਾਜ ਕੀਤਾ ਲੱਗਦਾ, ਤੇ ਚੌਥੇ ਸਾਲ ਦੇ ਵਿੱਚ ਹੀ ਸਾਰਾ ਕੁਛ ਸ਼ੁਰੂ ਹੋ ਗਿਆ ਸੀਗਾ। ਕਾਫੀ ਕਾਂਗਰਸ ਦੇ ਲੀਡਰ ਅੰਦਰੋਂ ਅੰਦਰੀ, ਈਵਨ ਖੁਦ ਵੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਵੱਲ ਝੁਕਾਅ ਹੋ ਗਿਆ ਸੀ, ਜਾਂ ਉਹ ਪਾਲਿਸੀਆਂ ਦੇ ਉੱਤੇ ਹੀ ਗੱਲ ਕਰਦਾ ਸੀਗਾ। ਬਾਰਡਰ ਸਖਤ ਕਰੋ, ਇਹ ਕਰੋ, ਇੰਡੋ ਪਾਕ ਬਾਰਡਰ ਨੂੰ ਮਜ਼ਬੂਤ ਕਰੋ, ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਨੇ ਕਰਨੀਆਂ ਸ਼ੁਰੂ ਕਰਤੀਆਂ ਸੀ। ਤੇ ਬਲਰਾਮ ਜਾਖੜ ਨੇ ਸੁਨੀਲ ਜਾਖੜ ਨੇ ਵੀ ਆਪਣੇ ਭਤੀਜੇ ਦੀ ਇਲੈਕਸ਼ਨ ਜਿਹੜੀ ਹੋ ਰਹੀ ਸੀ ਉੱਥੇ ਅਬੋਹਰ ਤੋਂ ਇਲੈਕਸ਼ਨ ਤੋਂ ਵੇਲੇ ਵੀ ਇਹੋ ਜਿਹੇ ਬਿਆਨ ਦੇਤੇ ਸੀਗੇ ਵੀ ਮੈਨੂੰ ਕਹਿਣ ਦੇ ਬਾਵਜੂਦ ਵੀ ਚੀਫ ਮਿਨਿਸਟਰ ਨਹੀਂ ਬਣਾਇਆ ਗਿਆ, ਜਾਂ ਹਿੰਦੂ ਹੋਣ ਕਰਕੇ ਮੈਨੂੰ ਚੀਫ ਮਿਨਿਸਟਰ ਨਹੀਂ ਬਣਾਇਆ ਗਿਆ। ਬਿਲਕੁਲ ਠੀਕ ਹੈ। ਹਾਂ, ਤੇ ਇਸ ਕਰਕੇ ਮੈਂ ਸਿੱਖ ਨਹੀਂ ਸੀਗਾ। ਇਹ ਜਿਹੜੀਆਂ ਸਾਰੀਆਂ ਰਮਜਾਂ ਸੀ, ਸਾਰੀਆਂ ਇਹ ਜਿਹੇ ਓਵਰਟੋਨ ਸੀ ਪੋਲੀਟੀਕਲ, ਇਹ ਸਾਰੇ ਬੀਜੇਪੀ ਪੱਖੀ ਸੀ ਸਾਰੇ, ਤੇ ਉਹ ਬੀਜੇਪੀ 'ਚ ਜਾਣਾ ਹੀ ਸੀ ਸਾਰਾ, ਜਾਂ ਉਹ ਸਾਰੀ ਟੀਮ ਨੇ ਟੁੱਟਣਾ ਹੀ ਸੀ। ਕਾਂਗਰਸ ਵਾਲੀ ਨੇ ਕਲੈਰਿਟੀ ਉਹਦੇ 'ਚ ਹੈ ਨਹੀਂ ਸੀ ਪਹਿਲੀ ਵਾਲੀ 'ਚ, ਜਾਂ ਆਪਦੇ ਹਿੱਤ ਸੀ ਸਾਰਿਆਂ ਦੇ। ਫਿਰ ਈਡੀ ਤੇ ਹੋਰ ਕਈ ਮਸਲੇ ਆਏ ਉਦੋਂ ਪਿੱਛੋਂ। ਇਹ ਸਾਰੇ ਬੰਦੇ ਦੇ ਵਿੱਚ ਕੁਛ ਆਪਣੀਆਂ ਪ੍ਰੋਬਲਮਾਂ ਕਰਕੇ ਗਏ ਇੱਧਰ ਬੀਜੇਪੀ 'ਚ, ਤੇ ਕੁਛ ਈਡੀ ਤੋਂ ਭੱਜੇ ਗਏ, ਤੇ ਇਹ ਬੰਦੇ ਵੱਖਰੇ ਸੈਗਮੈਂਟ 'ਚ ਖੜੇ ਆ। ਉਸ ਬੀਜੇਪੀ ਦੀ ਜਿਹੜੀ ਟੋਟਲ ਏਜੰਡਾ ਉਹਦੇ ਤਾਂ ਇਹ ਪਾਰਟ ਹੈ ਨਹੀਂ। ਰਵਾਇਤੀ ਬੀਜੇਪੀ ਜਿਹੜੀ ਸ਼ਰਨ ਲੈ ਕੇ ਆਏ ਆ, ਸ਼ਰਨ ਲੈਂਦੇ ਆ ਉਹਨਾਂ ਉੱਥੇ ਆ ਕੇ, ਉਹਨਾਂ ਨੂੰ ਕਹਿੰਦੇ ਉਹਨਾਂ ਦੀ ਛਤਰੀ ਥੱਲੇ ਆ ਕੇ ਵੀ ਬਾਜੋ,
ਜਾਂ ਥੋੜੀ ਘਣੀ ਜਿੰਨੀ ਪੋਲਿਟਿਕਸ ਹੋ ਜੂ ਫਿਰ ਇਹ ਹੁਣ ਜਾਖੜ ਦੀ ਫੈਮਿਲੀ ਦਾ ਕਿੰਨੇ ਦੇਰ ਦੀ, ਬੇਸ਼ੱਕ ਉਹਨਾਂ ਦਾ ਜਾਖੜ ਬਲਰਾਮ ਜਾਖੜ ਦਾ ਖੁਦ ਦਾ ਵੀ ਜਨਸੰਘ ਨਾਲ ਸੰਬੰਧ ਰਿਹਾ ਪਹਿਲਾਂ, ਇਹਦੇ 'ਚ ਕੋਈ ਸ਼ੱਕ ਨਹੀਂ। ਮੁੱਢਲੇ ਦਿਨਾਂ ਦੇ ਵਿੱਚ ਇਹ ਕਾਫੀ ਉਸ ਕਿਸਮ ਦੀ ਹਿੰਦੂ ਮਾਈਂਡਡ ਫੈਮਿਲੀ ਸੀ ਇਹਦੇ ਪਹਿਲਾਂ ਤੋਂ ਹੀ, ਹਿੰਦੂਤਵ ਵਾਲੀ। ਪਰ ਫਿਰ ਵੀ ਉਹਨੂੰ ਲੋੜ ਪਈ, ਉਹ ਕਾਂਗਰਸ ਨਾਲ ਹੀ ਰਿਹਾ ਸਾਰੀ ਉਮਰ, ਤੇ ਇਹ ਵੀ ਰਿਹਾ ਪਰਿਵਾਰ ਵੀ, ਔਰ ਇਫੈਕਟਿਵ ਲੀਡਰ ਸੀ, ਪ੍ਰਧਾਨ ਵੀ ਰਿਹਾ ਕਾਂਗਰਸ ਦਾ ਸੁਨੀਲ ਜਾਖੜ। ਇਹਦਾ ਇੱਥੇ ਆ ਕੇ ਸੈੱਟ ਹੋਣਾ ਇਸ ਏਜੰਡੇ ਤੇ ਬੀਜੇਪੀ ਦੇ, ਤੇ ਜਿਹੜਾ ਪੰਜਾਬ ਦੇ ਵਿੱਚ ਬੀਜੇਪੀ ਦਾ ਚੱਲ ਰਿਹਾ ਏਜੰਡਾ, ਉਹਦੇ ਤੇ ਮੁਸ਼ਕਲ ਹੈ। ਅਕਾਲੀ ਦਲ ਨੇ ਉਸ ਦੇ ਨਾਲ ਜੁੜ ਕੇ ਉਸ ਏਜੰਡੇ ਤੇ ਆਪਦਾ ਅਸਤਿਤਵ, ਆਪਦੀ ਹੋਂਦ ਤਾਂ ਗਵਾ ਲਈ ਹੈ। ਤੇ ਹੁਣ ਇਹਨਾਂ ਬੰਦਿਆਂ ਦੀ, ਜਿਹੜੇ ਕਾਂਗਰਸ ਵਾਲੇ ਹੈਗੇ ਆ, ਇਹਨਾਂ ਦੀ ਕੋਈ ਪੋਲੀਟੀਕਲ ਹੋਂਦ ਤਾਂ ਪੰਜਾਬ ਦੇ ਵਿੱਚ ਹੈ ਨਹੀਂ। ਤੇ ਇਸੇ ਕਰਕੇ ਇਹ ਗਰੁੱਪਬਾਜੀ ਹੁੰਦੀ ਹੈ। ਗਰੁੱਪਬਾਜੀ ਹੁੰਦਾ ਵੀ ਤੁਹਾਡੀ ਫਾਲੋਇੰਗ ਉਸ ਪਾਸਿਓਂ ਆਊਗੀ ਕਿ ਨਹੀਂ। ਬੀਜੇਪੀ ਵਾਲੇ ਪਾਸਿਓਂ ਇਹਨਾਂ ਨੂੰ ਕੋਈ ਫਾਲੋਇੰਗ ਨਹੀਂ ਇਹਨਾਂ ਨਾਲ ਜੁੜੀ, ਜਿਹੜੇ ਜੁੜੇ ਆ ਤਾਂ ਪਹਿਲੇ ਵਾਲੇ ਪੁਰਾਣੇ ਬੰਦੇ ਜੁੜੇ ਆ। ਇਹੀ ਹੈ ਸਾਰਾ ਜਿਹੜਾ ਆ। ਹੁਣ ਜਦੋਂ ਸੁਨੀਲ ਜਾਖੜ ਜਾਂਦਾ ਸਾਰੇ ਥਾਂ ਵਿਜ਼ਿਟ ਕਰਦਾ, ਤੇ ਕੌਣ ਉਹਦੇ ਪਿੱਛੇ ਆਉਂਦਾ, ਤਾਂ ਉਹ ਜਿਹੜੇ ਟ੍ਰੈਡੀਸ਼ਨਲ ਬੀਜੇਪੀ ਦੇ ਵਰਕਰ ਹੈ, ਲੀਡਰ ਹੈ ਲੋਕਲ, ਉਹ ਤਾਂ ਆਉਂਦੇ ਨਹੀਂਗੇ। ਤੋ ਇਸ ਕਰਕੇ ਇਹ ਡਿਵੀਜ਼ਨ ਰਹੂਗੀ, ਰਹੇਗੀ, ਤੇ ਕੋਈ ਪਾਰਟੀ ਪਿਕਅਪ ਇਹ ਵੀ ਨਹੀਂ ਕਰ ਸਕੂਗੀ ਬੀਜੇਪੀ ਦੀ। ਇਸ ਤਰੀਕੇ ਦੀ ਜੋੜ ਤੋੜ ਵਾਲੀਆਂ ਪਾਰਟੀਆਂ ਨਹੀਂ ਹੁੰਦੀਆਂ, ਇਹ ਉੱਪਰ ਦਿੱਲੀ ਨਾਲ ਹੀ ਚੱਲਦੀਆਂ। ਜੇ ਦਿੱਲੀ ਦੀ ਪਾਰਟੀ ਤਕੜੀ ਹੈ ਤਾਂ ਥੱਲੇ ਇੱਕੋ ਦਮ ਹਵਾ ਬਣ ਜਾਂਦੀ ਹੈ। ਕੇਜਰੀਵਾਲ ਦੀ ਹਵਾ ਨਾਲ ਹੀ ਭਗਵੰਤ ਮਾਨ ਦੇ ਤੇ ਹੋਰ ਐਮਐਲਏ ਜਿੱਤੇ ਆ ਸਾਰੇ। ਇਸੇ ਕਰਕੇ ਇਹ ਹੋਣਾ ਹੀ ਹੈ, ਕੁਦਰਤੀ ਵਰਤਾਰਾ ਹੈ ਪੋਲਿਟਿਕਸ ਦਾ। ਇਹ ਚਾਹੁੰਦਾ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਅਕਾਲੀ ਦਲ ਤੇ ਬੀਜੇਪੀ ਦੀ ਜਿਹੜੀ ਲੀਡਰਸ਼ਿਪ 'ਚ ਗੱਠਜੋੜ ਸੀਗਾ, ਜਿਨ੍ਹਾਂ ਨੇ ਰਲ ਕੇ 15 ਸਾਲ ਪੰਜਾਬ 'ਚ ਰਾਜ ਕੀਤਾ, ਉਹਦੇ ਵਿੱਚ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਸੀ ਉਹ ਵੀ ਪਾਰਟੀ 'ਚ ਹਾਸ਼ੀਏ ਤੇ ਚਲੀ ਗਈ, ਤੇ ਸ਼੍ਰੋਮਣੀ ਅਕਾਲੀ ਦਲ ਆਪ ਵੀ ਹਾਸ਼ੀਏ ਤੇ ਚਲੇ ਗਿਆ। ਤੇ ਉਹਦੇ ਵਿੱਚ ਜਿਹੜੀਆਂ ਨਵੀਆਂ ਫੋਰਸਿਸ ਆਈਆਂ, ਇੱਧਰ ਸੁਨੀਲ ਜਾਖੜ ਦੀ ਅਗਵਾਈ ਜਿਸ ਤਰ੍ਹਾਂ, ਤੇ ਦੂਸਰੇ ਪਾਸੇ ਸੁਖਦੇਵ ਸਿੰਘ ਢੀਂਡਸਾ, ਤਾਂ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਤੁਹਾਡੀ ਇਹਦੇ ਬਾਰੇ ਕੀ ਰਾਏ ਹੈ? ਦੇਖੋ, ਇੱਕ ਤਾਂ ਪੂਰੇ ਦੇਸ਼ ਦਾ ਜਦੋਂ ਆਪਾਂ ਨਕਸ਼ਾ ਦੇਖਦੇ ਹਾਂ ਨਾ, ਜਿੱਥੇ ਆਪਣਾ ਸਮਾਂ ਵੀ ਸਮਾਪਤੀ ਵੱਲ ਜੀ, ਸਾਰੇ ਦੇਸ਼ ਦਾ ਨਕਸ਼ਾ ਦੇਖਦੇ ਹਾਂ ਕਿ ਜਿਹੜੀਆਂ ਵੀ ਰੀਜਨਲ ਪਾਰਟੀਆਂ ਭਾਰਤੀ ਜਨਤਾ ਪਾਰਟੀ ਦੇ ਨੇੜੇ ਗਈਆਂ ਜਾਂ ਉਹਦੇ ਨਾਲ ਫਰੰਟ ਬਣਾਇਆ, ਉਹ ਅਲਟੀਮੇਟਲੀ ਨਾ ਉਹਨਾਂ ਨੂੰ ਮਾਰਜਨਲਾਈਜ਼ ਕਰਤਾ, ਔਰ ਉਹ ਬਿਲਕੁਲ ਕਿਨਾਰੇ ਤੇ ਲੱਗ ਗਈ। ਤਾਂ ਅਕਾਲੀ ਦਲ ਦੇ ਨਾਲ ਵੀ ਇਹੀ ਕੁਛ ਹੀ ਹੋਇਆ। ਇਹਨਾਂ ਨੂੰ ਮਿਲਿਆ ਕੁਛ ਨਹੀਂ, ਇਹਨਾਂ ਨੇ ਖੱਟਿਆ ਕੁਛ ਨਹੀਂ, ਖੱਟਿਆ ਬੀਜੇਪੀ ਨੇ ਹੀ ਆ। ਇਹਨਾਂ ਨੇ ਗਵਾਇਆ ਹੀ ਗਵਾਇਆ। ਜਿਹੜਾ ਵੀ ਕੋਈ ਪਾਰਟੀ ਦੇ ਤੌਰ ਤੇ ਛੋਟੀ ਪਾਰਟੀ ਬੀਜੇਪੀ ਦੇ ਨਾਲ ਜਾਂਦੀ ਆ, ਉਹਦਾ ਅਸਤਿਤਵ ਜਿਹੜਾ ਨਾ ਉਹ ਖਤਮ ਹੋਣ ਦੇ ਨੇੜੇ ਪਹੁੰਚ ਜਾਂਦਾ, ਉਹਦਾ ਫੱਟਾ ਹੀ ਰਹਿ ਜਾਂਦਾ। ਇਹ ਤਾਂ ਸਾਬਤ ਹੋ ਗਿਆ ਸਰ। ਦੂਜੀ ਗੱਲ ਇਹ ਆ ਕਿ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਾਂਗਰਸ ਦੀ ਇਹ ਵੱਡੇ ਲੀਡਰਾਂ ਦੇ ਚਲੇ, ਖਾਸ ਤੌਰ ਤੇ ਜਿਹੜੇ ਜਾਖੜ ਸਾਹਿਬ ਨੂੰ ਪ੍ਰਧਾਨ ਬਣਾ ਦਿੱਤਾ ਹੁਣ ਉਹਨਾਂ ਨੇ। ਔਰ ਇੱਕ ਗੱਲ ਸਾਨੂੰ ਬਿਲਕੁਲ ਸਪਸ਼ਟ ਰਹਿਣੀ ਚਾਹੀਦੀ ਕਿ ਭਾਰਤੀ ਜਨਤਾ ਪਾਰਟੀ ਇੱਕ ਵਿਸ਼ੇਸ਼ ਵਿਚਾਰਧਾਰਾ ਦੇ ਉੱਤੇ ਉਸਰੀ ਹੋਈ ਪਾਰਟੀ ਆ, ਔਰ ਉਹਦਾ ਬੜਾ ਟ੍ਰੇਨਡ ਕੈਡਰ, ਡਿਸਿਪਲਿਨਡ ਕੈਡਰ ਹੈਗਾ ਆ, ਉੱਪਰ ਤੋਂ ਲੈ ਕੇ ਹੇਠਾਂ ਤੱਕ। ਔਰ ਇਹੀ ਇੱਕ ਪਾਰਟੀ ਆ, ਜਾਂ ਆਰਐਸਐਸ ਦਾ ਇਹਨੂੰ ਵਿੰਗ ਕਹਿ ਲਓ, ਜਾਂ ਇਹਦਾ ਆਰਐਸਐਸ ਇਹਦਾ ਇੱਕ ਹਿੱਸਾ, ਜਾਂ ਉਹਦੇ ਉੱਤੇ ਖੜੀ, ਯਾਨੀ ਉਹ ਇੰਨਾ ਡਿਸਿਪਲਿਨਡ ਹੈਗਾ ਆ ਕਿ ਜੇ ਹੁਣ ਇਹ ਚਾਹਣਗੇ ਕਿ ਜਾਖੜ ਸਾਹਿਬ ਕਿ ਮੈਂ ਹੁਣ ਪ੍ਰਧਾਨ ਬਣ ਗਿਆ, ਤੇ ਜਿੱਦਾਂ ਕਾਂਗਰਸ ਚੱਲਦੀ ਸੀ, ਕਾਂਗਰਸ ਦਾ ਪਾਰਟੀ ਦਾ ਹਿਸਾਬ ਕਿਤਾਬ ਇਹ ਰਿਹਾ ਕਿ ਜਿਹਨੂੰ ਵੀ ਪ੍ਰਧਾਨ ਥਾਪ ਦੇਣ, ਸਾਰੀ ਲੀਡਰਸ਼ਿਪ ਜਿਹੜੀ ਨਾ ਉਹਨੂੰ ਪ੍ਰਧਾਨ ਬਣਨਾ ਸ਼ੁਰੂ ਕਰ ਦੇ, ਹਨਾ। ਔਰ ਸਾਰੀ ਲੀਡਰਸ਼ਿਪ ਜਿਹੜੀ ਨਾ ਉਹਦੇ ਮਗਰ ਮਗਰ ਤੁਰੀ ਫਿਰਦੀ ਰਹਿੰਦੀ ਆ, ਕੈਡਰ ਥੱਲੇ ਦਾ। ਲੇਕਿਨ ਇਹ ਉਸ ਢੰਗ ਦੀ ਤਰੀਕੇ ਦੀ ਬਣੀ ਹੋਈ ਪਾਰਟੀ ਨਹੀਂ ਹੈ ਬੀਜੇਪੀ, ਔਰ ਇਹ ਬੜੀ ਵੈਲ ਨੈਟ ਪਾਰਟੀ ਹੈ। ਚਾਹੇ ਜੋ ਵੀ ਇਹਦਾ ਵਜੂਦ ਜਿੰਨਾ ਵੀ ਇਹ ਹੈਗਾ ਆ, ਆਪਣੇ ਤੌਰ ਤੇ ਕਿੰਨੀ ਕੁ ਇਹਦੀ ਤਾਕਤ ਹੈਗੀ ਆ, ਲੇਕਿਨ ਜਿਹੜੇ ਹੁਣ ਚੁੱਪ ਕੀਤੇ ਬੈਠੇ, ਜਿਹੜੇ ਜਾਂਦੇ ਨਹੀਂ ਨਾ, ਉਹ ਇਸ ਕਰਕੇ ਨਹੀਂ ਨਾਲ ਜਾ ਰਹੇ ਕਿ ਉਹਨਾਂ ਦਾ ਸਾਰਾ ਸਟਾਈਲ ਹੈ ਜਿਹੜਾ ਕੰਮ ਕਰਨ ਦਾ, ਜਾਖੜ ਸਾਹਿਬ ਦਾ, ਉਹ ਕਾਂਗਰਸੀਆਂ ਵਾਲਾ। ਉਹ ਜਿਹੜਾ ਉਹਨਾਂ ਦਾ ਗਰੁੱਪ ਹੈਗਾ ਉਹਨੂੰ ਨਾਲ ਲੈ ਕੇ ਤੁਰਦੇ ਆ। ਜਿਹੜੀ ਉਹਨਾਂ ਦੀ ਐਸਟੈਬਲਿਸ਼ ਲੀਡਰਸ਼ਿਪ ਹੈਗੀ ਆ, ਉਹ ਦੇਖ ਰਹੀ ਆ ਉਹਨਾਂ ਨੂੰ ਨੁਕਸਾਨ, ਉਹਨਾਂ ਨੂੰ ਕੋਈ ਨਹੀਂ ਹੋ ਰਿਹਾ ਇਹਦੇ ਨਾਲ, ਹਨਾ। ਔਰ ਉਹਨਾਂ ਨੇ ਉਹ ਦੇਖ ਹੀ ਰਹੇ ਆ ਕਿ ਵੀ ਜਿੰਨੇ ਵੀ ਕੋਈ ਹੋਰ ਇਹਨਾਂ ਦੇ ਆਸਰੇ ਉਹ ਪਿੰਡਾਂ ਤੱਕ ਜਾ ਸਕਦੇ ਆ, ਔਰ ਇਹਨਾਂ ਦੇ ਆਸਰੇ ਉਹ ਪਿੰਡਾਂ ਤੱਕ ਲਿੰਕ ਬਣਾ ਸਕਦੇ ਆ ਜਿੱਥੇ ਤੱਕ। ਲੇਕਿਨ ਇਹ ਕਿ ਵੱਡੇ ਉਹ ਇਹਨੂੰ ਐਸਟੈਬਲਿਸ਼ ਕਰਨਗੇ, ਜਾਖੜ ਸਾਹਿਬ ਨੂੰ ਆਪਣੇ ਲੀਡਰ ਦੇ ਤੌਰ ਤੇ ਐਸਟੈਬਲਿਸ਼ ਕਰਨਗੇ, ਇਹ ਤਾਂ ਗੱਲ ਇਹ ਭੁੱਲ ਹੀ ਜਾਣ, ਹਨਾ, ਕਿ ਵੀ ਉਹ ਬੀਜੇਪੀ ਦਾ ਇੱਕ ਪ੍ਰਵਾਨਿਤ ਲੀਡਰ ਦੇ ਤੌਰ ਤੇ ਜਿਹੜਾ ਨਾ ਉਹ ਐਸਟੈਬਲਿਸ਼ ਹੋ ਜਾਣਗੇ। ਸੋ ਮੇਰਾ ਕਹਿਣ ਤੋਂ ਮਤਲਬ ਇਹ ਆ
ਕਿ ਉਹ ਲੀਡਰਸ਼ਿਪ ਜਿਹੜੀ ਹੁਣ ਇਹਦੇ ਵੱਡੇ ਸਮਾਗਮਾਂ ਦੇ ਵਿੱਚ ਲੱਗਦਾ ਕਿ ਪਿੱਛੇ ਆ ਜਾਂ ਚੁੱਪ ਆ, ਉਹ ਮੇਰਾ ਖਿਆਲ ਆ ਕਿ ਉਹ ਆਪਣੇ ਤੌਰ ਤੇ ਜਿਹੜਾ ਉਹਨਾਂ ਦਾ ਪਹਿਲਾ ਸਟਾਈਲ ਹੈਗਾ ਉਸ ਸਟਾਈਲ ਨਾਲ ਉਹ ਕੰਮ ਕਰੀ ਹੀ ਜਾ ਰਹੇ ਆ, ਚਾਹੇ ਉਹ ਸਾਹਮਣੇ ਆਣ ਚਾਹੇ ਨਾ ਆਣ, ਲੇਕਿਨ ਉਹ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਗੇ ਕਿ ਜਿਨ੍ਹਾਂ ਨੇ ਇੰਨੇ ਕਈ ਦਹਾਕੇ 50 ਸਾਲ ਲਾ ਕੇ ਇਸ ਪਾਰਟੀ ਨੂੰ ਪੰਜਾਬ ਦੇ ਵਿੱਚ ਐਸਟੈਬਲਿਸ਼ ਕੀਤਾ ਆ, ਕਿ ਉਹ ਜਸਟ ਐਂ ਹੀ ਕਹੇ ਤੇ ਉੱਪਰਲਿਆਂ ਦੇ ਹੁਕਮ ਦੇ ਨਾਲ ਹੀ ਮਾਰਜਨਲਾਈਜ਼ ਹੋ ਜਾਣਗੇ, ਇਦਾਂ ਇਹ ਜਿਹੜਾ ਨਾ ਹੋਣ ਵਾਲਾ ਨਹੀਂ ਹੈਗਾ। ਉਹਨਾਂ ਦੇ ਕੰਮ ਕਰਨ ਦਾ ਤਰੀਕਾ ਆ, ਔਰ ਇਹ ਜਿਸ ਤਰ੍ਹਾਂ ਇਹ ਆ ਕਿ ਵੀ ਜੋ ਮਰਜ਼ੀ ਤਰੀਕਾ ਬਣਾ ਲਿਆ ਜਾਵੇ, ਜਿਹੜੀ ਮਰਜ਼ੀ ਗੱਲ ਕਹਿ ਲਈ ਜਾਵੇ, ਜਿਹਦਾ ਕਾਂਗਰਸ ਦੇ ਵਿੱਚ ਰਹਿ ਕੇ ਹੁੰਦਾ ਸੀਗਾ, ਉਹ ਇੱਥੇ ਇਹਨਾਂ ਦੇ ਇੱਦਾਂ ਇੱਥੇ ਚੱਲਦਾ ਨਹੀਂ ਹੈ, ਹਨਾ, ਔਰ ਉੱਥੇ ਚੱਲ ਵੀ ਜਾਂਦਾ ਸੀਗਾ। ਤੇ ਇਸ ਕਰਕੇ ਮੈਂ ਇਹ ਸੋਚਦਾ ਕਿ ਬੀਜੇਪੀ ਨੂੰ ਐਨ ਇਸ ਤਰ੍ਹਾਂ ਦੇਖਣਾ ਚਾਹੀਦਾ ਕਿ ਉਹਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਔਰ ਉਹਨੂੰ ਕੋਈ ਨਾ ਕੋਈ ਫਾਇਦਾ ਹੀ ਹੋਣਾ, ਚਾਹੇ ਉਹਦੇ ਲੀਡਰ ਜਿਹੜੇ ਨਾ ਸਰਫਸ ਤੇ ਨਜ਼ਰ ਆ ਰਹੇ ਆ ਚਾਹੇ ਨਹੀਂ ਨਜ਼ਰ ਆ ਰਹੇ, ਔਰ ਇਹ ਬਹੁਤੀ ਦੇਰ ਇਸ ਤਰ੍ਹਾਂ ਆਪਣਾ ਕੰਮ ਨਹੀਂ ਚਲਾ ਸਕਣਗੇ, ਇਹ ਵੀ ਉਹਨਾਂ ਨੂੰ ਬੜਾ ਕਲੀਅਰ ਹੈਗਾ। ਸੋ ਇਸ ਕਰਕੇ ਇਹ ਤਾਂ ਠੀਕ ਆ ਕਿ ਮਾਰਜਨਲਾਈਜ਼ ਕੌਣ ਹੋਇਆ, ਅਕਾਲੀ ਹੋ ਗਏ, ਹਨਾ, ਲੇਕਿਨ ਬੀਜੇਪੀ ਨਹੀਂ ਹੋਈ ਕਿ ਵੀ ਇਹ ਜਾਖੜ ਸਾਹਿਬ ਨੂੰ ਲੈ ਕਰਕੇ ਤੇ ਉਹ ਪਿੱਛੇ ਜਾਂ ਉਹ ਛੋਟੇ ਹੋ ਗਏ, ਉਹ ਛੋਟੇ ਨਹੀਂ ਹੋਏ। ਸਿੱਧੂ ਸੰਖੇਪ ਚ ਤੁਸੀਂ ਵੀ ਆਪਣੀ ਟਿੱਪਣੀ ਦੇ ਦਿਓ, ਉਸ ਤੋਂ ਬਾਅਦ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ। ਬਸ ਮੈਂ ਇੰਨੀ ਗੱਲ ਹੀ ਕਹਿਣਾ ਚਾਹੁੰਦਾ, ਜਿਹੜੀ ਬੀਜੇਪੀ ਹੈ ਇਹਦੀ ਜਿਹੜੀ ਮਾਂ ਹੈ ਪਾਰਟੀ ਉਹ ਹੈਗੀ ਆਰਐਸਐਸ ਇੱਕ ਵਿਚਾਰਧਾਰਾ ਤੇ ਖੜੀ ਹੈ, ਹਿੰਦੂ ਹਿੰਦੁਸਤਾਨ ਵਾਲੀ ਜਿਹੜੀ 1925 ਦੀ ਉਹ ਵਿਚਾਰਧਾਰਾ ਫੜੀ ਵੀ ਆ ਉਹਨਾਂ ਨੇ, ਜਿਹਦੇ ਵਿੱਚੋਂ ਸਾਰੀਆਂ ਡਿਵੈਲਪਮੈਂਟਾਂ ਨਿਕਲੀਆਂ ਤੇ ਇਹ ਅੱਜ ਤੱਕ ਵੀ ਹੋ ਰਹੀ ਆ। ਉਸ ਵਿਚਾਰਧਾਰਾ ਨਾਲ ਜੁੜੀ ਹੋਈ ਪਾਰਟੀ ਕਿਵੇਂ ਅਲਾਓ ਕਰ ਦੂਗੀ, ਉਹ ਤਾਂ ਵੱਡੀ ਹੋ ਗਈ ਤੇ ਉਸਨੇ ਫਿਰ ਦੂਜਿਆਂ ਨੂੰ ਵਰਤਣਾ ਹੁੰਦਾ। ਉਹਨਾਂ ਨੇ ਜਿਵੇਂ ਚਾਣਾ ਜੀ ਨੇ ਕਿਹਾ ਸਾਰਿਆਂ ਨੂੰ ਵਰਤਿਆ ਤੇ ਹੋਰ ਵੀ ਵਰਤਣਗੇ, ਤੇ ਇਸ ਕਰਕੇ ਮਾਲਵੇ ਵਿੱਚ ਇੱਕ ਕਿਹਾ ਜਾਂਦਾ ਹੁੰਦਾ ਵੀ ਜਿਹੜਾ ਅਮੀਰ ਬੰਦਾ ਹੁੰਦਾ ਉਹ ਮੱਝ ਦਾ ਦੁੱਧ ਪੀਂਦਾ ਤੇ ਗਰੀਬ ਆਦਮੀ ਤੇ ਮੱਝ ਦੀ ਇਕੱਲੀ ਸੇਵਾ ਹੀ ਕਰਦਾ, ਤੇ ਇਹ ਸੇਵਾਦਾਰ ਹੈ ਛੋਟੀਆਂ ਪਾਰਟੀਆਂ ਵੱਡੀਆਂ ਪਾਰਟੀਆਂ ਦੀਆਂ, ਤੇ ਬਸ ਇਹ ਹੀ ਕਰਦੇ ਰਹਿਣਗੇ ਤੇ ਇਦੋਂ ਅੱਗੇ ਕੁਛ ਨਹੀਂ ਆ। ਠੀਕ ਹੈ, ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਤੇ ਜੇ ਤੁਹਾਡੀ ਇਸ ਸਾਰੀ ਗੱਲਬਾਤ ਬਾਰੇ ਕੋਈ ਰਾਏ ਹੋਵੇ, ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ ਫਿਰ YouTube ਦਾ ਜਿਹੜਾ ਕਮੈਂਟ ਬਾਕਸ ਆ ਉੱਥੇ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਚਾਨਾ ਜੀ ਸਿੱਧੂ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸ਼ੁਕਰੀਆ ਜੀ। ਸ਼ੁਕਰੀਆ।